ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ ਦੋਹਰਾ ਇਸ ਪ੍ਰਕਾਰ ਸੇਵਾ ਕਰ ਹੈ ਹਰਖ ਸ਼ੋਕ ਉਰ ਤਿਆਗ ਕਹਿਓ ਕਿਸੂ ਕੋ ਕਿਸੀ ਬਿਦ ਧਰਹਿ ਨਾ ਮਨ ਵੱਡ ਭਾਗ ਇਸ ਪ੍ਰਕਾਰ ਸੇਵਾ ਕਰ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਅੰਮ੍ਰਿਤ ਵੇਲੇ ਦੀ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਦੇ ਦਰਸ਼ਨ ਦੀਦਾਰ ਕਰਦੇ ਹੋਏ ਗੁਰ ਇਤਿਹਾਸ ਸਰਵਣ ਕਰਕੇ ਲਾਹਾ ਲੈਂਦੇ ਹਾਂ। ਅੱਜ ਵੀ ਇਤਿਹਾਸ ਵਿਚਾਰ ਹੈ ਪ੍ਰਸੰਗ ਸਰਵਣ ਕਰਨ ਲਈ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਸਤਿਗੁਰੂ ਸਾਹਿਬ ਦੀ ਚਰਨ ਛੂਹਣ ਵੀ ਸਜ ਰਹੇ ਹਾਂ। ਜਿਸ ਤਰ੍ਹਾਂ ਕੱਲ੍ਹ ਦੇ ਦੀਵਾਨ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਦਾ ਆਪਾਂ ਪ੍ਰਸੰਗ ਸੁਣਿਆ ਹੀ ਹੈ। ਆਪ ਸ੍ਰੀ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਸਾਹਿਬ ਜੀ ਦੀ ਚਰਨ ਸ਼ਰਨ ਪਹੁੰਚ ਕੇ ਇਹ ਤਸੱਲੀ ਹੋ ਗਈ ਹੈ ਵੀ ਗੁਰੂ ਅੰਗਦ ਸਾਹਿਬ ਜੀ ਪੂਰਨ ਸਤਿਗੁਰੂ ਹੈ, ਕਿਉਂਕਿ ਦੋ ਤਿੰਨ ਪ੍ਰੀਖਿਆ ਵੀ ਆਪ ਜੀ ਨੇ ਕਰ ਲਈਆਂ ਵੀ ਅੰਤਰਜਾਮਤਾ ਵੀ ਹੈ। ਬਾਕੀ ਆਪ ਅਜਰ ਸ਼ਕਤੀ ਨੂੰ ਚਰਕੇ ਰੱਖਣ ਵਾਲੇ ਨਿਵਰਤਾ ਗਰੀਬੀ ਦੇ ਪੁੰਜ ਹਨ। ਇਸ ਤਰ੍ਹਾਂ ਖਿਆਲ ਆਇਆ ਵੀ ਇਹਨਾਂ ਦੀ ਸੇਵਾ ਕਰਕੇ ਪ੍ਰਸੰਨਤਾ ਹਾਸਲ ਕਰਨਾ ਚਾਹੀਏ ਕਿ ਭਾਵੇਂ ਸਤਿਗੁਰੂ ਨੂੰ ਤਾਂ ਕੋਈ ਲੋੜ ਨਹੀਂ ਹੈ, ਦਾਸ ਨੂੰ ਆਪਣਾ ਧਰਮ ਵਿਚਾਰ ਕੇ ਕੁਝ ਨਾ ਕੁਝ ਗੁਰੂ ਦੀ ਹਜ਼ੂਰੀ ਵਿੱਚ ਕਰਨਾ ਹੀ ਚਾਹੀਏ। ਇਸ ਤਰ੍ਹਾਂ ਦਾ ਖਿਆਲ ਕਰਕੇ ਫਿਰ ਹੱਥ ਜੋੜ ਕੇ ਗੁਰਸਿੱਖਾਂ ਨੂੰ ਬੇਨਤੀ ਕਰਦੀ ਹੈ ਵੀ ਬਾਕੀ ਸੇਵਾ ਤੁਸੀਂ ਗੁਰੂ ਕੇ ਲੰਗਰ ਵਿੱਚ ਅੱਡੋ ਅੱਡੀ ਕਰਦੇ ਕਰਾਉਂਦੇ ਆ, ਕੋਈ ਝਾੜੂ ਬਹਾੜੂ ਦਿੰਦਾ, ਕੋਈ ਆਟਾ ਗੁੰਨਦਾ, ਕੋਈ ਪਕਾਉਂਦਾ, ਕੋਈ ਦਾਲ ਢੀਂਦਾ ਹੈ। ਮੈਨੂੰ ਕੇਵਲ ਜਲਦੀ ਸੇਵਾ ਬਖਸ਼ ਦੇਵੋ। ਜਿੰਨੀ ਗੁਰੂ ਕੇ ਲੰਗਰ ਵਿੱਚ ਜਲ ਵਰਤਿਆ ਜਾਓ ਸਭ ਮੈਂ ਬਿਆਸਾ ਤੋਂ ਲਿਆ ਕੇ ਦਿਆ ਕਰਾਂਗਾ। ਇਸ ਤਰ੍ਹਾਂ ਕਹਿ ਕੇ ਸ਼ੀਸ਼ ਤੇ ਕਰਸ਼ ਚੁੱਕ ਲਿਆ ਹੈ। ਇਹ ਬਿਆਸਾ ਤੇ ਗਏ ਨੇ ਤੇ ਪਰ ਕੇ ਜਿੰਨੀ ਲੋੜ ਹੈ ਉਹ ਜਲ ਲੈ ਆਉਂਦੇ ਨੇ। ਗੁਰਸਿੱਖਾਂ ਦੇ ਇਸ਼ਨਾਨ ਆਦਿਕ ਵਾਸਤੇ ਵੀ ਛਕਣ ਵਾਸਤੇ ਵੀ ਨਾਲ ਹੀ ਗੁਰੂ ਅੰਗਦ ਸਾਹਿਬ ਜੀ ਦੀ ਵੀ ਇਸ਼ਨਾਨ ਆਦਿਕ ਦੀ ਜਿਹੜੀ ਕਿਰਿਆ ਕਰਾਉਣੀ ਉਹ ਵੀ ਸੰਭਾਲ ਦੀ ਸੇਵਾ। ਅੰਮ੍ਰਿਤ ਵੇਲੇ ਗੁਰੂ ਅੰਗਦ ਸਾਹਿਬ ਜੀ ਦੇ ਉੱਠਣ ਤੋਂ ਪਹਿਲਾਂ ਹੀ ਨਾਲ ਸਜਦਰ ਨੂੰ ਛੱਡ ਕੇ ਤੇ ਬਿਆਸਾ ਨਦੀ ਤੇ ਜਾਂਦੇ ਨੇ, ਉੱਥੋਂ ਜਲ ਦਾ ਘੜਾ ਭਰ ਲੈ ਆਉਂਦੇ ਹਨ। ਗੁਰੂ ਅੰਗਦ ਸਾਹਿਬ ਜੀ ਨੂੰ ਇਸ਼ਨਾਨ ਕਰਾਉਂਦੇ ਆ, ਫਿਰ ਬਸਤਰ ਧੋਂਦੇ ਆ, ਸੁੱਕੇ ਪਾ ਦਿੰਦੇ ਹਨ। ਹੋਰ ਕੋਈ ਜਿਹੜੀ ਸੇਵਾ ਉਹ ਵੀ ਸਾਰੀ ਆਪ ਹੀ ਕਰਦੇ ਕਰਾਉਂਦੇ ਨੇ। ਆਪ ਜੀ ਨੇ ਪ੍ਰੀਖਿਆ ਕਰਨ ਲਈ ਭਾਵੇਂ ਸੰਸਾਰੀ ਸੰਬੰਧ ਸੀ, ਬਹੁਤਾ ਇਹਨਾਂ ਪਰ ਕੋਈ ਰੁੱਖ ਨਹੀਂ ਕੀਤਾ ਹੈ, ਧਿਆਨ ਨਹੀਂ ਦਿੱਤਾ ਹੈ। ਸਾਲ ਭਰ ਜਦੋਂ ਸੇਵਾ ਕਰਦਿਆਂ ਹੋ ਗਏ ਇੱਕ 100 ਪੌਦੇ ਦਿੱਤਾ 1.5 ਗਜ ਦਾ। ਦੂਜੇ ਸਾਲ ਫਿਰ ਇਸੇ ਤਰ੍ਹਾਂ ਹੀ ਇੱਕ ਰੁਮਾਲ ਸਿਰੋਂ ਬਖਸ਼ ਦਿੱਤਾ ਹੈ। ਜਿਉਂ ਸਾਲਾਂ ਪੂਰੇ ਹੁੰਦੇ ਜਾਂਦੇ ਹੈ ਤਿਵੇਂ ਤਿਵੇਂ ਆਪ ਜੀ ਇੱਕ ਸਿਰਫ ਇਹਨਾਂ ਨੂੰ ਸਾਲ ਬਾਅਦ ਬਖਸ਼ਿਸ਼ ਕਰ ਦਿੰਦੇ ਨੇ।
ਜਾਂ 12 ਸਾਲ ਤੱਕ ਸੇਵਾ ਕੀਤੀ ਤੇ 12 ਸਿਰੋਪੋ ਆਪ ਜੀ ਨੂੰ ਹਾਸਲ ਹੋ ਗਏ। ਨਿੱਤੇ ਗੁਰੂ ਕੇ ਸਿੱਖ ਇਹਨਾਂ ਦੀ ਸੇਵਾ ਦੇਖ ਕੇ, ਘਾਲਣਾ ਦੇਖ ਕੇ ਅਚਰਜ ਹੋ ਰਹੇ ਹਨ। ਉੱਥੇ ਜਿਹੜੇ ਕੋਈ ਨਿੰਦਕ ਲੋਕ ਹੈ, ਮੂਰਖ ਬੇਸਮਝ ਲੋਕ ਹੈ, ਉਹ ਆਪਣੇ ਸੁਭਾਅ ਮੁਤਾਬਕ ਠੱਠਾ ਮਖੌਲ ਵੀ ਕਰਦੇ, ਤਰਕਾਂ ਵੀ ਕਰਦੇ ਨੇ। ਇਹ ਬਜ਼ੁਰਗ ਨਾ ਵੀ ਇਹਨੂੰ ਕੋਈ ਰਾਤ ਨਾ ਦਿਨ ਚੈਨ, ਇਹ ਸਾਰਿਆਂ ਅੱਗੇ ਡਰਦਾ ਫਿਰਦਾ ਹੈ ਵੀ ਮੈਨੂੰ ਇੱਥੋਂ ਨਾ ਕਿਤੇ ਨਿਕਾਲ ਦੇਣ ਤੇ ਫਿਰ ਮੈਂ ਕਿਧਰੇ ਜਾਵਾਂਗਾ। ਇੱਕ ਦੋ ਟੁਕੜੇ ਸੁੱਕੇ ਖਾਣ ਤੇ ਇੱਥੇ ਗੁਰੂ ਘਰ ਗੁਰੂ ਕੀ ਹਜ਼ੂਰੀ ਵਿੱਚ ਰਹਿ ਰਿਹਾ ਹੈ। ਜਿਹੜਾ ਕੋਈ ਨਹੀਂ ਕੁਝ ਕਹਿਣਾ ਉਹ ਇਹ ਬੇਸਮਝ ਲੋਕ ਮਹਾਰਾਜ ਨੂੰ ਕਹਿ ਰਹੇ ਹਨ। ਆਪਣੇ ਦੁਆਰਾ ਗੁਰੂ ਅਮਰਦਾਸ ਸਾਹਿਬ ਜੀ ਨੇ ਉਸ ਨੂੰ ਜਨਾਇਆ ਵੀ ਇਹ ਜਦੋਂ ਗੁਰੂ ਘਰ ਦੀ ਸੇਵਾ ਕਰੋਗੇ ਇਹ ਮੂਰਖ ਲੋਕਾਂ ਨੇ ਤੁਹਾਡੇ ਤੇ ਤਾਵਾ ਲਾਉਣਾ ਹੀ ਲਾਉਣਾ ਹੈ ਤੇ ਤੁਸੀਂ ਸਤਰਕ ਰਹਿਣਾ ਹੈ। ਇਹਨਾਂ ਦੀਆਂ ਗੱਲਾਂ ਗੁੱਲਾਂ ਸੁਣ ਕੇ ਗੁਰੂ ਦੀ ਸੇਵਾ ਨਹੀਂ ਛੱਡ ਜਾਣੀ ਹੈ। ਕਿਉਂਕਿ ਕਈ ਵਾਰੀ ਗੁਰੂ ਘਰ ਦੇ ਵਿੱਚ ਜਿਹੜੇ ਕੋਈ ਸ਼ਰਧਾਲੂ ਆਉਂਦੇ ਜਾਂਦੇ ਉਹਨਾਂ ਨੂੰ ਫਿਰ ਇਹੋ ਜਿਹੇ ਲੋਕ ਆਪਣੇ ਸੁਭਾਅ ਮੁਤਾਬਕ ਤਰਕ ਤੁਰਕ ਜੀ ਮਾਰਦੇ। ਇਹ ਸੌ ਖਾ ਕੇ ਹੁਣ ਹਜ ਨੂੰ ਚੱਲੀ ਵਾਲੀ ਤੁਹਾਡੀ ਗੱਲ ਹੈ। ਚਲੋ ਸੌ ਖਾ ਕੇ ਹਜ ਨੂੰ ਚੱਲਦੀ ਸੀ ਤਾਂ ਤੁਰੇ ਹੀ ਨਹੀਂ ਹਜ ਨੂੰ। ਕਿਸੇ ਤੀਰਥ ਯਾਤਰਾ ਕਰਨ ਗਏ ਨਹੀਂ, ਇਹ ਤਾਂ ਤੁਰਤਾ ਪਿਆ ਨਾ ਵੀ। ਚਲੋ ਸਭ ਕੁਛ ਕਰ ਕਰਾ ਕੇ ਗੁਰੂ ਘਰ ਆਉਣ ਲੱਗੇ। ਆਉਣ ਤਾਂ ਲੱਗ ਪਿਆ, ਤੁਸੀਂ ਮੂੰਹ ਹੀ ਨਹੀਂ ਕਰ ਰਹੇ। ਤੁਹਾਡੇ ਨਾਲ ਤਾਂ ਫਿਰ ਵੀ ਇਹ 100 ਗੁਣਾ ਚੰਗਾ ਹੈ। ਵਾਵਰਨ ਹੱਸ ਆਪ ਹੈ ਕਾਨੇ ਤਿਨਕੋ ਦੇਖ ਲਵੀ ਕਬੀਰ ਲਿਜਾਨੇ। ਕਬੀਰ ਜੀ ਨੇ ਕਿਹਾ ਨਾ ਵੀ ਹੋਰਨਾਂ ਨੂੰ ਦੇਖ ਕੇ ਹੱਸਦੇ ਨੇ, ਆਪ ਕਹਿੰਦੇ ਹਰ ਪੱਖ ਤੋਂ ਕਾਣੇ ਨੇ, ਸਾਰੀ ਪਾਸੇ ਤੋਂ ਨਿਊਨਤਾ ਹੈ। ਕੋਈ ਵੀ 12 ਪਾਉਣ ਵਾਲੀ ਗੱਲ ਹੀ ਨਹੀਂ ਹੈ। ਉਹਨਾਂ ਦੀਆਂ ਗੱਲਾਂ ਬਾਤਾਂ ਵੀ ਉਹ ਤਰਕਾਂ ਸੁਣ ਕੇ ਵੀ ਆਪ ਮੌਨ ਰਹੇ ਹੈ। ਜਰ ਰਹੇ ਉਧਰ ਜਿਹੜਾ ਜਸ ਕਰ ਰਹੇ ਸਿੱਖ ਉਹਦੇ ਕਰਕੇ ਕੋਈ ਬਣੀ ਰਹੇ ਹੈ, ਸਮਾਨ ਹੋ ਰਹੇ ਨੇ। ਜਿਵੇਂ 12 ਸਾਲ ਰਹਿੰਦਿਆਂ ਹੋਇਆਂ ਆਪ ਜੀ ਦੀ ਘਾਲਣਾ ਫਿਰ ਥਾਂ ਪਈ ਤੇ ਗੁਰੂ ਅੰਗਦ ਸਾਹਿਬ ਜੀ ਨੇ 12 ਹੀ ਸਿਰੋਪੋ ਤੇ 12 ਹੀ ਫਿਰ ਅਖੀਰ ਤੇ ਬਰ ਬਖਸ਼ੇ। ਉਹ ਇਤਿਹਾਸ ਵਿੱਚ ਅੱਜ ਪ੍ਰਸੰਗ ਆਉਂਦਾ, ਸੁਣੀਏ ਮਨ ਚਿੱਤ ਲਾ ਕੇ। ਇਸ ਪ੍ਰਕਾਰ ਸੇਵਾ ਕਰ ਹੈ। ਸੰਤੋਖ ਸਿੰਘ ਜੀ ਕਹਿੰਦੇ, ਹੇ ਸਰੋਤਾ ਜਨੋ, ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਵੱਧ ਤੋਂ ਵੱਧ ਸੇਵਾ ਕਰਦੇ ਨੇ। ਹਰਖ ਸ਼ੋਕ ਔਰ ਤਿਆਗ। ਗੁਰੂ ਕੇ ਸੇਖੋਸਤੀ ਕਰਦੇ ਵੀ ਬੜੀ ਘਾਲਣਾ ਕਮਾਈ ਹੈ, ਫਿਰ ਵਿਵਸਥਾ ਫਿਰ ਵੀ ਕੋਈ ਹੋਰਾ ਮਾਤਰ ਇਹਨਾਂ ਦੇ ਸਰੀਰ ਤੇ ਅਸਰ ਨਹੀਂ ਹੈ। ਐ ਸਾਵਧਾਨ ਹੋ ਕੇ ਸੇਵਾ ਕਰਦੇ ਹੈ। ਬੜੀ ਇਹਨਾਂ ਦੀ ਘਾਲਣਾ ਕੋਈ ਖੁਸ਼ੀ ਵਿੱਚ ਨਹੀਂ ਆਉਂਦੇ ਹਨ। ਜਦੋਂ ਮੂਰਖ ਲੋਕ ਤਰਕਾਂ ਹੁਜਤਾਂ ਮਖੌਲ ਕਰਦੇ ਫਿਰ ਕੋਈ ਸ਼ੁਕ ਨਹੀਂ ਕਰਦੇ ਹਨ ਕਿ ਅਸੀਂ ਸੇਵਾ ਕਰ ਰਹੇ, ਇਹ ਸਾਨੂੰ ਤਰਕਾਂ ਹੁਜਤਾਂ ਕਰ ਰਹੇ। ਹੋਰ ਇੱਕ ਪੁੱਠਾ ਸਿੱਧਾ ਬੋਲ ਰਹੇ, ਨਹੀਂ ਕੋਈ ਮਨੁੱਖ ਸ਼ੁਕ ਆ ਹੀ ਜਾਂਦਾ ਹੈ ਵੀ ਚੰਗਾ ਕਰਦਿਆਂ ਕੋਈ ਮਾੜਾ ਉਹਨੂੰ ਕਾਖੇ। ਦੋਹਾਂ ਨੂੰ ਕਹਿੰਦੇ ਹਿਰਦੇ ਵਿੱਚ ਉੱਤਿਆ ਗਿਆ ਹੋਇਆ। ਸਿਰ ਸੁਣ ਕੇ ਖੁਸ਼ੀ ਵਿੱਚ ਨਹੀਂ ਆਉਂਦੇ ਤੇ ਆਪਣੇ ਸੰਬੰਧ ਵਿੱਚ ਕੋਈ ਅਪਸ਼ਬਦ ਸੁਣ ਕੇ ਸ਼ੋਕ ਗਮ ਨਹੀਂ ਕਰਦੇ। ਦੋਹੇ ਤਿਆਗੇ ਹੋਏ ਹੈ। ਕਹਿਓ ਕਿਸੂ ਕੋ ਕਿਸੀ ਬਿਦ। ਕਿਸੇ ਦਾ ਜਿਹੜਾ ਹੈ ਨਾ ਕਹਿਆ ਹੋਇਆ ਆਖਿਆ ਹੋਇਆ ਕਿਸੇ ਤਰ੍ਹਾਂ ਦਾ ਹੋਵੇ, ਭਾਵੇਂ ਕੋਈ ਉਹਨਾਂ ਦੀ ਸਿਰ ਸਲਾਗਾ ਵਾਲਾ ਹੋਵੇ, ਭਾਵੇਂ ਗੁਰੂ ਅਮਰਦਾਸ ਜੀ ਦੇ ਸੰਬੰਧ ਵਿੱਚ ਕੋਈ ਮਾੜਾ ਹੋਵੇ, ਕਿਹਾ ਹੋਇਆ ਅਪਸ਼ਬਦ ਹੋਵੇ। ਧਰ ਹੈ ਨਾ ਮਨ ਵੱਡ ਭਾਗ। ਵੱਡੇ ਭਾਗਾਂ ਵਾਲੇ ਗੁਰੂ ਅਮਰਦਾਸ ਸਾਹਿਬ ਜੀ ਆਪਣੇ ਮਨ ਵਿੱਚ ਦੋਵੇਂ ਹੀ ਨਹੀਂ ਧਾਰਦੇ। ਜਿਹੜਾ ਕੋਈ ਚੰਗਾ ਕਹਿੰਦਾ ਉਹਨੂੰ ਵੀ ਨਹੀਂ ਕਹਿੰਦੇ ਵੀ ਅਸੀਂ ਵੀ ਚੰਗੇ ਹੀ ਹਾਂ ਸ਼ਾਇਦ। ਜਦੋਂ ਕੋਈ ਮਾੜਾ ਕਹਿੰਦਾ ਹੈ ਫਿਰ ਵੀ ਮਨ ਵਿੱਚ ਨਹੀਂ ਲਿਆਉਂਦੇ ਹਨ।
ਜਾਣਦੇ ਆ ਵੀ ਜਿਹੋ ਜਿਹੇ ਅਸੀਂ ਸਤਿਗੁਰੂ ਦੇ ਚਰਨ ਛੰਦ ਵਿੱਚ ਆਏ ਆ, ਸਤਿਗੁਰੂ ਸਭ ਕੁਝ ਜਾਣਦੇ ਹੀ ਆ, ਚੰਗੇ ਆ ਕਿ ਮੰਦੇ ਹਾਂ। ਨਿਸ਼ਾਨੀ ਛੰਦ ਘਟਾ ਸ਼ਿਆਮ ਇੱਕ ਨਿਸ਼ਾ ਮਹਿ। ਕਵੀ ਜੀ ਕਹਿੰਦੇ ਸਰੋਤਾ ਜਨੋ ਇੱਕ ਰਾਤ ਦੇ ਸਿਵੇ ਕਹਿੰਦੇ ਕਾਲੀਆਂ ਜਿਹੜੀਆਂ ਘਟਾਂ ਹਨ ਆ ਗਈਆਂ ਹਨ ਆਕਾਸ਼ ਵਿੱਚ। ਪਸਰਿਓ ਅੰਧਕਾਰਾ ਹਰ ਪਾਸੇ ਕਹਿੰਦੇ ਹਨੇਰਾ ਹੀ ਹਨੇਰਾ ਫੈਲ ਗਿਆ ਹੈ। ਕੋ ਬਰਖਾ ਬੂੰਦ ਧਰ। ਰਾਤ ਦੇ ਸਮੇਂ ਕਹਿੰਦੇ ਕਾਲੀਆਂ ਘਟਾਂ ਵਿੱਚੋਂ ਕੋਈ ਜਿਹੜੀ ਪਾਣੀ ਦੀ ਬੂੰਦ ਹੈ ਬਰਸ ਰਹੀ ਹੈ, ਡਿੱਗ ਰਹੀ ਹੈ। ਕਰਦਮ ਕਰ ਡਾਰਾ। ਇਸ ਕਰਕੇ ਉਹ ਬੂੰਦਾਂ ਨੇ ਕਹਿੰਦੇ ਹਰ ਪਾਸੇ ਚਿੱਕੜ ਕਰ ਸੁੱਟਿਆ ਹੈ, ਕਿਉਂਕਿ ਥੋੜੀਆਂ ਥੋੜੀਆਂ ਬੂੰਦਾਂ ਡਿੱਗਣ ਫਿਰ ਚਿੱਕੜ ਹੋ ਜਾਂਦਾ ਹੈ। ਤਿੱਖੀ ਮੋਲੇ ਧਾਰ ਬਾਰਿਸ਼ ਆ ਜਾਏ ਤੇ ਜਿਹੜਾ ਚਿੱਕੜ ਆ ਸਾਰਾ ਖਤਮ ਹੋ ਜਾਂਦਾ ਹੈ। ਇਸ ਤਰ੍ਹਾਂ ਹੀ ਇਹ ਬਾਰਿਸ਼ ਦਾ ਹੈ, ਤੇਜ਼ ਆ ਜਾਏ ਤਾਂ ਸਭ ਕੁਝ ਰੁੜ ਜਾਂਦਾ ਹੈ, ਥੋੜੀ ਬਾਰਿਸ਼ ਹੋਵੇ ਤੇ ਚਿੱਕੜ ਬਹੁਤ ਹੋ ਜਾਂਦਾ ਹੈ। ਉਹ ਕਹਿੰਦੇ ਬੜਾ ਚਿੱਕੜ ਕਰ ਸੁੱਟਿਆ ਹੈ। ਸਰਦ ਕਾਲ ਪਾਲਾ ਪਰੇ। ਠੰਡ ਦਾ ਸਮਾਂ ਹੈ ਜਿਸ ਕਰਕੇ ਪਾਲਾ ਪੈ ਰਿਹਾ ਹੈ। ਤਨ ਸੁਖ ਚਹ ਸਾਰੇ। ਜਿੰਨੇ ਕਹਿੰਦੇ ਲੋਕ ਰਾਤ ਨੂੰ ਘਰਾਂ ਵਿੱਚ ਪਏ ਸਰੀਰ ਨੂੰ ਸੰਕੂਰਦੇ ਜਾਨੀ ਸੁੰਗੜਦੇ ਜਾਂਦੇ ਪਾਲੇ ਨਾਲ। ਤੂਲ ਤੁਲਾਈ ਕੈ ਅਗਨ। ਕੋਈ ਆਪਣੇ ਕਹਿੰਦੇ ਸਰੋਂ ਦੀ ਰਜਾਈ ਲੈ ਕੇ ਪਾਲਾ ਲਾ ਰਿਹਾ ਹੈ, ਕੋਈ ਅੱਗ ਸੇਕ ਰਿਹਾ ਹੈ। ਸੀਤ ਹੈ ਨਿਰਵਾਰੇ। ਇਸ ਤਰ੍ਹਾਂ ਕਹਿੰਦੇ ਆਪਣੀ ਠੰਡ ਨੂੰ ਨਿਵਰਤ ਕਰ ਰਹੇ, ਜਿਵੇਂ ਜਰਾ ਕਸ਼ਮੀਰ ਵੱਲੀ ਉਹ ਇਸ ਤਰ੍ਹਾਂ ਦੀ ਇੱਕ ਬਣਾਈ ਹੁੰਦੀ ਹੈ। ਜਿਵੇਂ ਕਈਆਂ ਦੇ ਕੋਲ ਆ ਬੂਰ ਜਿਹੀ ਹੁੰਦੀ ਹੈ ਬਣਾਈ ਹੋਈ ਛੋਟੀ ਜੀ, ਉਹ ਬਾਲ ਕੇ ਘਰਾਂ ਵਿੱਚ ਰੱਖ ਲੈਂਦੇ ਨੇ ਤੇ ਉਹ ਧੁਖੀ ਜਾਂਦੀ, ਉਹਦੇ ਨਾਲ ਮਕਾਨ ਗਰਮ ਰਹਿੰਦਾ ਹੈ। ਉਹ ਆਪਣੀ ਛਾਤੀ ਦੇ ਕੋਲ ਹੀ ਰੱਖਦੇ ਹੈ। ਇਸ ਤਰ੍ਹਾਂ ਦੀ ਉਹ ਐਸਾ ਢੰਗ ਹੈ ਵੀ ਉਹਦੇ ਨਾਲ ਫਿਰ ਉਹ ਪਾਲਾ ਨਹੀਂ ਸਰੀਰ ਨੂੰ ਲੱਗਦਾ, ਛਾਤੀ ਜਿਹੜੀ ਹੈ ਫੇਫੜੇ ਗਰਮ ਰਹਿੰਦੇ ਹੈ। ਉਹ ਕਹਿੰਦੇ ਕੋਈ ਅੱਗ ਸੇਕ ਰਿਹਾ, ਅੱਗ ਦੇ ਬਾਲ ਕੇ ਠੰਡ ਨੂੰ ਨਿਵਰਤ ਕਰ ਰਿਹਾ, ਕੋਈ ਰਜਾਈ ਲੈ ਕੇ ਆਪਣਾ ਪਾਲਾ ਦੂਰ ਰੱਖ ਰਿਹਾ ਹੈ। ਰਹੀ ਜਾਮ ਜਬ ਜਾਮਨੀ। ਇਸ ਤਰ੍ਹਾਂ ਜਦੋਂ ਕਹਿੰਦੇ ਪੈਰ ਕ ਰਾਤ ਬਾਕੀ ਰਹਿ ਗਈ ਹੈ। ਪਾ ਮੱਜਨ ਕਾਲਾ। ਗੁਰੂ ਅਮਰਦਾਸ ਸਾਹਿਬ ਨੇ ਦੇਖਿਆ ਵੀ ਗੁਰੂ ਅੰਗਦ ਸਾਹਿਬ ਜੀ ਦੇ ਇਸ਼ਨਾਨ ਕਰਨ ਦਾ ਸਮਾਂ ਹੋ ਗਿਆ ਹੈ। ਚੱਲੇ ਕਲਸਲੇ ਹਾਥ ਮਹਿ। ਇਸ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਆਪਣੇ ਹੱਥਾਂ ਵਿੱਚ ਸੋਹਣਾ ਕੜਾ ਲੈ ਕੇ ਚੱਲ ਪਏ ਨੇ। ਆਲਸ ਕੋ ਟਾਲਾ। ਰਾਤ ਦੇ ਸਮੇਂ ਉੱਠਣ ਸਮੇਂ ਦਿਲ ਆਲਸ ਆਉਂਦਾ ਹੀ ਹੈ, ਉੱਠਣ ਨੂੰ ਜੀ ਨਹੀਂ ਕਰਦਾ। ਤਾਂ ਆਲਸ ਦਿਲ ਕਹਿੰਦੇ ਸ਼ੇਰ ਦੇ ਪੰਜੇ ਵਰਗਾ ਹੁੰਦਾ ਹੈ। ਜੇ ਸ਼ੇਰ ਦਾ ਪੰਜਾ ਹਿੱਕ ਤੇ ਰੱਖ ਦੇਵੇ ਉਹ ਲਾਹੁਣਾ ਬਹੁਤ ਔਖਾ ਹੈ। ਅੰਮ੍ਰਿਤ ਵੇਲੇ ਦਿਲ ਜਿਹੜਾ ਇਹ ਵੀ ਸ਼ੇਰ ਦਾ ਪੰਜਾ, ਇਹ ਵੀ ਛੱਡਣਾ ਦੂਰ ਕਰਨਾ ਬਹੁਤ ਔਖਾ ਹੀ ਹੁੰਦਾ ਹੈ। ਐਂ ਕਰਦਾ ਵੀ ਪੈ ਰਹੀ ਹੁਣ ਠੰਡੀ ਜੀ ਹਵਾ ਚੱਲ ਪੈਂਦੀ ਹੈ। ਇਸ ਕਰਕੇ ਫਿਰ ਆਲਸ ਛੱਡਣਾ ਇਹ ਬਹੁਤ ਔਖਾ। ਕਹਿੰਦੇ ਆਲਸ ਛੱਡ ਕੇ ਚੱਲੇ ਹਨ। ਭਰਿਓ ਜਾਏ ਸਿਰ ਪਰ ਧਰਿਓ। ਬਿਆਸਾ ਨਦੀ ਵਿੱਚ ਜਾ ਕੇ ਕੜਾ ਭਰ ਲਿਆ ਤੇ ਆਪਣੇ ਸੀਸ ਦੇ ਉੱਪਰ ਰੱਖ ਲਿਆ ਸਤਿਕਾਰ ਨਾਲ। ਹਟ ਆਵਨ ਲਾਗੇ। ਕਹਿੰਦੇ ਉੱਥੋਂ ਸ੍ਰੀ ਖਡੂਰ ਸਾਹਿਬ ਨੂੰ ਮੁੜ ਕੇ ਆਉਣ ਲੱਗੇ ਹਨ। ਸਨੇ ਸਨੇ ਸ੍ਰੀ ਅਮਰ ਜੀ। ਗੁਰੂ ਅਮਰਦਾਸ ਸਾਹਿਬ ਜੀ ਹੌਲੀ ਪੱਗ ਰੱਖ ਆਗੇ। ਜਿਹੜਾ ਆਪਣਾ ਚਰਨ ਅੱਗੇ ਨੂੰ ਰੱਖਦੇ ਹਨ। ਫਿਸਲਹਿ ਪੱਗ ਕਲਸਾ ਗਿਰ ਹੈ। ਖਿਆਲ ਕਰਦੇ ਵੀ ਜੇ ਪੈਰ ਕਿਤੇ ਫਿਸਲ ਗਿਆ ਤਿਲਕ ਗਿਆ ਤੇ ਘੜਾ ਡਿੱਗ ਪਏਗਾ, ਜਲ ਪਹੁੰਚਹਿ ਨਾਹੀ। ਇਸ ਕਰਕੇ ਇਸ਼ਨਾਨ ਵਾਲਾ ਜਿਹੜਾ ਜਲ ਹੈ ਸਤਿਗੁਰੂ ਦੇ ਕੋਲ ਨਹੀਂ ਪਹੁੰਚ ਸਕੇਗਾ। ਰਹਿ ਸਮੋ ਇਸ਼ਨਾਨ ਕੋ। ਜਦੋਂ ਪੈਰ ਤਿਲਕ ਗਿਆ ਘੜਾ ਡੁੱਲ ਜਾਏਗਾ ਤੇ ਦੁਬਾਰਾ ਜਦੋਂ ਜਾਵਾਂਗੇ ਜਲ ਲੈਣ ਲਈ ਫਿਰ ਸਤਿਗੁਰੂ ਦੇ ਇਸ਼ਨਾਨ ਕਰਨ ਦਾ ਸਮਾਂ ਲੰਘ ਜਾਏਗਾ। ਇਸ ਚਿੰਤਾ ਮਾਹੀ। ਇਸ ਤਰ੍ਹਾਂ ਦੀ ਚਿੰਤਾ ਵਿੱਚ, ਇਸ ਤਰ੍ਹਾਂ ਦੇ ਖਿਆਲ ਵਿੱਚ ਵੀ ਪੈਰ ਤਿਲਕ ਨਾ ਜਾਏ, ਕਿਤੇ ਘੜਾ ਡੁੱਲ ਨਾ ਜਾਏ,
ਸੰਭਾਲ ਕੇ ਹੌਲੀ ਹੌਲੀ ਆ ਰਹੇ ਹੈ। ਧਰਮਸਾਲ ਕੇ ਪੰਥ ਮਹਿ ਅੱਜ ਇੱਥੇ ਧਰਮਸ਼ਾਲਾ ਹੈ, ਜਾਣੀ ਉਹ ਗੁਰੂ ਅੰਗਦ ਸਾਹਿਬ ਜੀ ਦਾ ਤਪ ਅਸਥਾਨ ਹੈ, ਉਸਦੇ ਰਸਤੇ ਵਿੱਚ ਹੀ ਘਰ ਹੁਤੋ ਜੁਲਾਹੇ ਅੱਜ ਇੱਥੇ ਕਹਿੰਦੇ ਜੁਲਾਹੇ ਦਾ ਘਰ ਇੱਥੇ ਨੇੜੇ ਹੀ ਹੈ ਸੀ। ਗਿਰਿਓ ਨੀਰ ਤਿੰਨ ਤੇ ਤਹਾਂ ਉੱਥੇ ਕਹਿੰਦੇ ਪਾਣੀ ਜਿਹੜਾ ਘੜਾ ਹੈ ਉਹ ਬਹੁਤ ਕਹਿੰਦੇ ਡਿੱਗਿਆ ਹੋਇਆ ਹੈ। ਕਰਦਮ ਬਹੁਤਾਰੇ ਇਸ ਤਰ੍ਹਾਂ ਗਲੀ ਵਿੱਚ ਪਾਣੀ ਪਹਿਲਾਂ ਡਿੱਗਿਆ ਹੈ ਤੇ ਉੱਪਰੋਂ ਬਾਰਿਸ਼ ਪੈ ਗਈ, ਜਿਸ ਕਰਕੇ ਬਹੁਤਾ ਚਿੱਕੜ ਹੋਇਆ ਪਿਆ ਹੈ। ਮੰਦ ਮੰਦ ਬੂੰਦਨ ਗਿਰੈ ਇੱਕ ਤਾਂ ਪਹਿਲਾਂ ਹੀ ਉਹ ਪਾਣੀ ਡਿੱਗਣ ਕਰਕੇ ਗਾਰਾ ਹੈ, ਦੂਜਾ ਕਹਿੰਦੇ ਹੌਲੀ ਹੌਲੀ ਪਾਣੀ ਆਕਾਸ਼ ਵਿੱਚੋਂ ਬੱਦਲ ਵਿੱਚੋਂ ਬੂੰਦਾਂ ਡਿੱਗ ਰਹੀਆਂ। ਪੁਨ ਪੰਖ ਸੋ ਯਾਤੇ ਕਰਕੇ ਉਹਦੇ ਨਾਲ ਜ਼ਿਆਦਾ ਹੀ ਚਿੱਕੜ ਹੋ ਗਿਆ ਹੈ। ਚਲੋ ਪਾਣੀ ਡੁੱਲਦੇ ਗਲੀ ਵਿੱਚ ਤਾਂ ਇੱਕ ਥਾਂ ਹੀ ਹੁੰਦਾ ਵਿਚਾਲੇ ਜੇ ਬਾਰਿਸ਼ ਪਵੇ ਤਾਂ ਫਿਰ ਸਾਰੀ ਵੀਹ ਵਿੱਚ ਹੀ ਚਿੱਕੜ ਹੋ ਜਾਂਦਾ ਹੁੰਦਾ ਹੈ। ਅਦਕ ਅੰਧੇਰੋ ਹੋਏ ਰਹਿਓ ਦੂਜਾ ਕਹਿੰਦੇ ਰਾਤ ਹੋਣ ਕਰਕੇ ਬੜਾ ਤਕੜਾ ਘੁੱਪ ਹਨੇਰਾ ਹੋ ਰਿਹਾ ਹੈ। ਮਗ ਲਖਿਓ ਨਾ ਜਾਤੇ ਇਸ ਕਰਕੇ ਆਪ ਜੀ ਰਸਤਾ ਨਹੀਂ ਜਾਣ ਸਕੇ। ਇੱਕ ਕਰੀਰ ਕੋ ਕਿਲਕ ਤਹਿ ਕਹਿੰਦੇ ਕਰੀਰ ਦੇ ਬਿਰਸ਼ ਦਾ ਕਿੱਲਾ ਜਾ ਛਿਤ ਗੱਡਿਓ ਜੁਲਾਹੇ ਜਿਹੜਾ ਜੁਲਾਹਾ ਹੈ ਇਸਨੇ ਕਹਿੰਦੇ ਉਹ ਧਰਤੀ ਵਿੱਚ ਗੱਡਿਆ ਹੋਇਆ ਸੀ। ਚੀਰ ਬੁਨਹਿ ਤਿਸ ਬਾਂਧ ਕਰ ਦਿਨ ਦੇ ਸਮੇਂ ਕਹਿੰਦੇ ਜਿਹੜਾ ਬਸਤਰ ਜਾਂ ਤਾਣੀ ਜੀ ਬੰਨ ਕੇ ਤੇ ਬੁਣਿਆ ਕਰਦਾ ਸੀ। ਕੁੰਡਲ ਪੁਨ ਮਾਹੇ ਉਹ ਕਿੱਲੇ ਦੇ ਨੇੜੇ ਕਹਿੰਦੇ ਇਸ ਤਰ੍ਹਾਂ ਉਹ ਕੋਲੇ ਖੱਡੀ ਉੱਥੇ ਵੀ ਟੁੱਬਾ ਉਹ ਟੋਆ ਹੈ ਸੀ। ਆਏ ਜਬ ਸ੍ਰੀ ਅੰਮ੍ਰਿਤ ਹੈ ਇਸ ਵੇਲੇ ਉੱਥੇ ਗੁਰੂ ਅਮਰਦਾਸ ਸਾਹਿਬ ਜੀ ਆਏ ਹਨ। ਪਗ ਕਾਲੇ ਲਾਗਾ ਪਗ ਕੀਲੇ ਲਾਗਾ ਆਪ ਜੀ ਦਾ ਜਿਹੜਾ ਪਵਿੱਤਰ ਚਰਨ ਹੈ ਉਹ ਕਰੀਰ ਦੇ ਕਿੱਲੇ ਨਾਲ ਲੱਗ ਗਿਆ, ਵੱਜ ਗਿਆ ਹੈ। ਨਿਕਟ ਗਿਰੇ ਕੁੰਭਲ ਵਿਖੈ ਜਿਹੜੀ ਖੱਡੀ ਜੀ ਸੀ ਉਹ ਡੂੰਘਾ ਜਿਹਾ ਟੋਆ ਸੀ, ਉਹਦੇ ਵਿੱਚ ਹੀ ਡਿੱਗ ਪਏ ਆਪ ਜੀ, ਉਸਕੇ ਸੰਭਾਲ ਨਹੀਂ ਸਕੇ ਹਨ। ਕਲਸ ਬਚਾਵਨ ਕਾਰਨੇ ਫਿਰ ਵੀ ਜਿਹੜਾ ਸੀਸ ਤੇ ਜਲ ਦਾ ਘੜਾ ਭਰਿਆ ਉਹਨੂੰ ਪਾਉਣ ਬਚਾਉਣ ਵਾਸਤੇ ਬਲ ਕੀਨ ਵਡੇਰਾ ਆਪਣੇ ਸ਼ੀਰ ਦਾ ਕੰਡੇ ਤਕੜੇ ਹੀ ਬਲ ਲਾਉਣਾ ਕੀਤਾ ਹੈ। ਨੀਰ ਨਾ ਗਿਰਨ ਤੀਨ ਤਿਸ ਇਸ ਤਰ੍ਹਾਂ ਬਲ ਕੀਤਾ ਜਿਸ ਕਰਕੇ ਘੜੇ ਦਾ ਜਿਹੜਾ ਜਲ ਹੈ ਉਹ ਡਿੱਗਣ ਨਹੀਂ ਦਿੱਤਾ, ਡੁੱਲਣ ਨਹੀਂ ਦਿੱਤਾ ਹੈ। ਥੰਬਿਓ ਤਿਸ ਬੇਰਾ ਬੜੀ ਸਾਵਧਾਨੀ ਨਾਲ ਥੰਬ ਲਿਆ, ਰੂਪ ਨੂੰ ਰੋਕ ਲਿਆ, ਡੁੱਲਣੋਂ ਬਚਾ ਰਿਹਾ ਜਲ। ਨੀਠ ਨੀਠ ਕਲਸਾ ਤਬ ਹੈ ਹਰੇ ਨੀਠ ਨੀਠ ਕਲਸਾ ਤਬ ਹੈ। ਕਮਸਾ ਕੀ ਹੈ? ਕਲਸਾ ਕਲਸਾ ਹੈ ਕਲਸਾ ਤਬ ਤੇ ਤੂੰ ਕਮਸਾ ਗਈ ਹੈ ਨਾ, ਕਮਸਾ ਇਸ ਤਰ੍ਹਾਂ ਕਹਿੰਦੇ ਮਸਾਂ ਹੌਲੀ ਜਿਹੜਾ ਉਹ ਕਲਸਾ ਕੀ ਕਲਸੀ ਘੜਾ ਸੀ, ਸਿਰ ਉੱਪਰ ਰਾਖਿਓ ਆਪਣੇ ਸੀਸ ਦੇ ਉੱਪਰ ਉਸੇ ਤਰ੍ਹਾਂ ਰੱਖ ਲਿਆ। ਮੱਜਨ ਕੋ ਨਹਿ ਬਿਲਮ ਹੋਏ ਖਿਆਲ ਕਰ ਰਹੇ ਹੈ ਵੀ ਗੁਰੂ ਅੰਗਦ ਸਾਹਿਬ ਜੀ ਦੇ ਇਸ਼ਨਾਨ ਕਰਨ ਵਾਸਤੇ ਕੋਈ ਦੇਰੀ ਨਾ ਹੋ ਜਾਏ, ਸਮਾਂ ਨਾ ਲੰਘ ਜਾਏ। ਗੁਰ ਦਿਸ਼ ਅਬ ਲਾਖਿਓ ਇਸ ਕਰਕੇ ਸਤਿਗੁਰੂ ਦੀ ਤਰਫ ਜਾਈਏ, ਉਹ ਕਹਿੰਦੇ ਚਾਹਵਾਨ ਖਾਸ਼ ਬੰਦ ਹੋਏ ਪਰੀ ਜੁਲਾਹੀ ਸਦਨ ਮਹਿ ਜਿਹੜੀ ਕਮਲੀ ਜੁਲਾਹੀ ਹੈ ਕਹਿੰਦੇ ਕਰਦੇ ਜੀ ਪਈ ਸੀ ਜੁਲ ਵਿੱਚ ਅਰਬ ਤੋਂ ਜੁਲਾਹਾ ਕੋਲ ਕਹਿੰਦੇ ਜੁਲਾਹਾ ਕਮਲਾ ਪਿਆ ਪਇਓ ਖੜਕ ਸੁਣ ਕੇ ਸ਼ਬਦ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਕਿੱਲੇ ਨਾਲ ਚਰਨ ਲੱਗੇ ਤੇ ਖੱਡੀ ਵਿੱਚ ਡਿੱਗੇ ਹਨ ਤੇ ਉਸ ਵੇਲੇ ਖੜਕ ਜਾ ਹੋਇਆ, ਆਵਾਜ਼ਾਂ ਹੋਇਆ ਤੇ ਸੁਣ ਕੇ ਬਾਹਰ ਕੋ ਆਵਾ ਝਟਪਟ ਹੀ ਘਰ ਤੋਂ ਬਾਹਰ ਜਾ ਭਜ ਕੇ ਆਇਆ ਜੁਲਾਹਾ। ਗਿਰਿਓ ਕੌਣ ਇਸ ਥਲ ਵਿਖੈ ਉਸ ਵੇਲੇ ਆ ਕੇ ਕਮਲਾ ਜੁਲਾਹਾ ਕਹਿੰਦਾ ਵੀ ਆ ਸਾਡੇ ਖੱਡੀ ਵਾਲੇ ਥਾਂ ਕੇ ਆ ਕੇ ਕੌਣ ਡਿੱਗ
ਪਿਆ ਹੈ। ਤਸਕਰ ਹੈ ਕੋ ਜਾਵੇ ਤੋ ਕੋਈ ਚੋਰ ਹੈ ਜਾਂ ਕੋਈ ਹੋਰ ਹੈ, ਦੱਸੋ ਮੈਨੂੰ। ਕਿਦੋਂ ਆਪਰ ਮਾਨਵ ਜਾਵੇ ਹੈ, ਕੋਈ ਹੋਰ ਸਾਡੇ ਖਡੂਰ ਸਾਹਿਬ ਦਾ ਹੀ ਮਨੁੱਖ ਹੈ। ਉੱਤਰ ਦੇਹੁ ਸੋ ਜਿਹੜਾ ਵੀ ਇਹ ਖੱਡੀ ਵਿੱਚ ਡਿੱਗਿਆ ਹੈ ਨਾ, ਉਹ ਮੈਨੂੰ ਜਵਾਬ ਦਿਓ। ਮੈਂ ਪੁੱਛਦਾ ਹਾਂ, ਦੱਸੋ ਤੁਸੀਂ ਕੌਣ ਹੈ? ਚੋਰ ਹੈ ਕੋਈ ਇੱਥੇ ਨਗਰ ਦਾ, ਕੋਈ ਮਨੁੱਖ ਹੈ? ਸੁਨਿਓ ਜਲਾਹੇ ਕੋ ਭਨਿਓ। ਹਾਂ, ਜਲਾਹੇ ਕਮਰੇ ਦਾ ਕਿਹਾ ਹੋਇਆ ਗੁਰੂ ਅਮਰਦਾਸ ਸਾਹਿਬ ਜੀ ਨੇ ਸੁਣਿਆ ਤੇ ਆਖਿਆ ਉਸ ਨੂੰ। ਸ੍ਰੀ ਅਮਰ ਬਤਾਇਓ, ਗੁਰੂ ਅਮਰਦਾਸ ਸਾਹਿਬ ਜੀ ਨੇ ਦੱਸ ਦਿੱਤਾ ਹੈ। ਮੈਂ ਸਤਿਗੁਰ ਕੋ ਦਾਸ ਹਾਂ। ਕਹਿਣ ਲੱਗੇ ਵੀ ਜਲਾਹੇ ਮੈਂ ਗੁਰੂ ਅੰਗਦ ਸਾਹਿਬ ਜੀ ਦੇ ਘਰ ਦਾ ਸਿੱਖ ਸੇਵਕ ਹਾਂ। ਲੈ ਬੇ ਜਲ ਆਇਓ। ਗੁਰੂ ਅੰਗਦ ਸਾਹਿਬ ਜੀ ਨੇ ਇਸ਼ਨਾਨ ਕਰਨਾ, ਉਹਨਾਂ ਵਾਸਤੇ ਕਹਿੰਦੇ ਇਸ਼ਨਾਨ ਲਈ ਜਲ ਲੈ ਕੇ ਆਇਆ ਹਾਂ ਬਿਆਸਾ ਤੋਂ। ਕੌਣ ਦਾਸ ਇਸ ਕਾਲ ਮਹਿ। ਕਮਲਾ ਜਲਾਹਾ ਫਿਰ ਬੋਲਿਆ ਹੈ, ਕਹਿੰਦਾ ਵੀ ਕਿਹੜਾ ਇਹੋ ਜਿਹਾ ਦਾਸ ਹੈ ਇਸ ਸਮੇਂ। ਪਾਲਾ ਅੰਧਕਾਰਾ। ਦੇਖੋ ਬਾਰਿਸ਼ ਪੈ ਰਹੀ ਹੈ ਤੇ ਦੂਜਾ ਕਹਿੰਦੇ ਹਨੇਰਾ ਪਾਲਾ ਪੈ ਰਿਹਾ ਪੋਦੇ ਮਹੀਨੇ ਵਿੱਚ। ਬੂੰਦਾ ਬਰਖਤ ਘਨ ਘਟਾ। ਵੱਡੀਆਂ ਕਾਲੀਆਂ ਘਟਾਂ ਉਹਦੇ ਵਿੱਚ ਪਾਣੀ ਦੀਆਂ ਬੂੰਦਾਂ ਪੈ ਡਿੱਗ ਰਹੀਆਂ, ਵਰਸ ਰਹੀਆਂ। ਅਵਨੀ ਪਰ ਗਾਰਾ। ਧਰਤੀ ਉੱਪਰ ਹਰ ਪਾਸੇ ਗਾਰਾ ਹੀ ਗਾਰਾ, ਚਿੱਕੜੀ ਚਿੱਕੜ ਹੋਇਆ ਪਿਆ ਹੈ। ਸੁਨ ਤੋ ਜੁਲਾਹੀ ਨੇ ਭਨਿਓ। ਗੁਰੂ ਅਮਰਦਾਸ ਸਾਹਿਬ ਜੀ ਨੇ ਤਾਂ ਸੱਚ ਕਹਿ ਦਿੱਤਾ ਹੈ। ਜਲਾਹੇ ਤੋਂ ਸੁਣ ਕੇ ਕਮਲੀ ਜਲਾਹੀ ਨੇ ਉਹ ਕਹਿ ਦਿੱਤਾ ਹੈ। ਔਰ ਨਾ ਅਸ ਕੋ। ਹੋਰ ਇੱਥੇ ਗੁਰੂ ਅੰਗਦ ਸਾਹਿਬ ਜੀ ਦੇ ਘਰ ਦਾ ਕਿਹੜਾ ਕੋਈ ਦਾਸ ਹੋਣਾ ਹੈ। ਨਿਰਥਾਵਾ ਅਮਰੂ ਫਿਰ ਹੈ। ਕਹਿੰਦੇ ਜਿਹੜਾ ਬਾਸਰ ਕੇ ਨਗਰ ਦਾ ਅਮਰੂ ਹੈ, ਉਹ ਨਿਰਥਾਂ ਤੋਂ ਬਿਨਾ ਹੋਇਆ ਫਿਰਦਾ ਹੈ। ਇਸ ਛਿਨ ਹੋਇਆ ਸੋ। ਕਹਿੰਦੇ ਹੋਈ ਇਸ ਸਮੇਂ ਕਹਿੰਦੇ ਹੋਣਾ ਨਥਾਵਾ ਅਮਰੂ। ਨਿਸ ਦਿਨ ਇਸ ਕੋ ਚੈਨ ਨਹਿ। ਤਰਕ ਜੀ ਮਾਰ ਕੇ ਕਮਲੀ ਜਲਾਹੀ ਕਹਿੰਦੀ ਹੈ, ਜਲਾਹੇ ਨੂੰ ਤਾਂ ਰਾਤ ਦਿਨ ਚੈਨ ਨਹੀਂ ਆਉਂਦੀ ਹੈ, ਟਿੱਕੇ ਬਹਿੰਦਾ ਹੀ ਨਹੀਂ। ਇਤ ਉਤ ਨਹਿ ਡੋਲੇ। ਇਧਰ ਉਧਰ ਹੀ ਬਸੇ ਫਿਰੀ ਤੁਰੀ ਜਾਂਦਾ ਹੈ, ਭਟਕੀ ਜਾਂਦਾ ਹੈ। ਖਾਏ ਪੇਟ ਨਿਤ ਭਰਤ ਹੈ। ਕਹਿੰਦੇ ਤਰਕ ਜੀ ਮਾਰ ਕੇ ਬੋਲੀ, ਕਹਿੰਦੇ ਪੇਟ ਭਰ ਕੇ ਖਾ ਲੈਂਦਾ ਰੱਜ ਕੇ। ਕਹਿ ਸੋ ਨਹਿ ਬੋਲੇ। ਇਹਨੂੰ ਬੁਲਾਈਏ ਕਿਸੇ ਨਾਲੇ ਬੋਲਦਾ ਚਲਦਾ ਹੀ ਨਹੀਂ, ਕਿਉਂਕਿ ਗੁਰੂ ਅਮਰਦਾਸ ਸਾਹਿਬ ਜੀ 84 ਜਪਜੀ ਸਾਹਿਬ ਦੇ ਪਾਠ ਕਰਦੇ ਸੀ, ਜਿਸ ਕਰਕੇ ਆਪ ਬੋਲਦੇ ਕਿਸੇ ਨਾਲ ਹੈ ਨਹੀਂ ਸੀ। ਕੁਲ ਗ੍ਰਹਿ ਤਜ ਉਪਹਾਸ ਸਹਿ। ਇਹ ਕਹਿੰਦੇ ਆਪਣੀ ਕੁਲ ਦਾ ਜਿਹੜਾ ਹੈ, ਖਾਨਦਾਨ ਹੈ, ਆਪਣਾ ਘਰ ਹੈ, ਕਹਿੰਦੇ ਸਾਰਾ ਕੁਝ ਛੱਡ ਕੇ ਰਹਿ ਤਪੇ ਨਜੀਕਾ। ਦੇਖੋ ਆਪਣੇ ਤਪੇ ਗੁਰੂ ਦੇ ਕੋਲ ਰਹਿ ਰਿਹਾ ਹੈ। ਇਹਨਾਂ ਦਾ ਸੰਬੰਧ ਜੁੜਿਆ ਹੋਇਆ। ਇਹਨਾਂ ਦੇ ਘਰੇ ਗੁਰੂ ਅੰਗਦ ਸਾਹਿਬ ਦੀ ਪੁੱਤਰੀ ਬੀਬੀ ਅਮਰੋਂ ਵਿਆਹੀ ਹੋਈ ਹੈ। ਕਹਿੰਦੇ ਇੱਥੇ ਰਹਿ ਰਿਹਾ ਇਹ ਬਜ਼ੁਰਗ। ਜਗ ਕੀ ਲਾਜ ਨਾ ਕੁਛ ਕਰ ਹੈ। ਸੰਸਾਰ ਦੀ ਕਹਿੰਦੇ ਕੋਈ ਲਜਿਆ ਨਹੀਂ ਰੱਖਦਾ, ਸ਼ਰਮ ਨਹੀਂ ਕੁਝ ਵੀ ਕਰਦਾ। ਕਹਿ ਬੁਰਾ ਕੇ ਨੀਕਾ। ਕੋਈ ਭਾਵੇਂ ਕੋਈ ਚੰਗਾ ਕਹੀ ਜਾਏ, ਕੋਈ ਮਾੜਾ ਕਹੀ ਜਾਏ, ਬਸ ਚੁੱਪ ਚਪਾਤਾ ਫਿਰੀ ਜਾਂਦਾ ਇੱਥੇ। ਸੁਨ ਬੋਲੇ ਸ੍ਰੀ ਅਮਰ ਜੀ। ਜਦੋਂ ਕਮੜੀ ਜਲਾਹੀ ਨੇ ਗੁਰੂ ਮਹਾਰਾਜ ਨੂੰ ਤਰਕ ਜੀ ਮਾਰੀ ਹੈ, ਪੁੱਠੇ ਸਿੱਧੇ ਜੇ ਬਚਨ ਕਹਿ ਸੁਣ ਕੇ ਬੋਲ ਪਏ ਆਪ ਜੀ, ਮੈਂ ਨਹੀਂ ਨਿਥਾਵਾ। ਕਮੜੀਏ ਜਲਾਹੀਏ ਮੈਂ ਗੁਰੂ ਅਮਰਦਾਸ ਨਥਾਵਾ ਨਹੀਂ ਹਾਂ, ਮੈਂ ਥਾਂ ਟਿਕਾਣੇ ਵਾਲਾ ਹਾਂ। ਸੇਵਿਓ ਸਤਿਗੁਰ ਸਭ ਵੱਡੋ। ਮੇਰਾ ਸਾਰਿਆਂ ਤੋਂ ਵੱਡੇ ਗੁਰੂ ਅੰਗਦ ਸਾਹਿਬ ਸਤਿਗੁਰੂ, ਉਹਨਾਂ ਦੀ ਮੈਂ ਸੇਵਾ ਕਰ ਰਿਹਾ। ਸੁਭ ਸੁਭਤ ਸੁਭਾਵਾ। ਇਸ ਗੁਰੂ ਅੰਗਦ ਸਾਹਿਬ ਜੀ ਦਾ ਬੜਾ ਚੰਗਾ ਸੁਭਾਅ ਵਾਲਾ ਸੁਭਾਅ ਤੇ ਸੁਭਾਅ ਵਾਲੇ ਹਨ। ਤੂੰ ਕਮਲੀ ਹੋਏ ਕਰਤ ਹੈ। ਤੂੰ ਕਹਿੰਦੇ ਕਮਲੀ ਚਮੜੀ ਹੋ ਕੇ ਪੁੱਠਾ ਸਿੱਧਾ ਕਹਿ ਰਹੀ ਹੈ ਮੈਨੂੰ। ਬੁੱਧ ਹਿਰਦੈ ਨ ਕੋਈ। ਤੇਰੇ ਹਿਰਦੇ ਵਿੱਚ ਚੰਗੀ ਅਕਲ ਬੁੱਧ ਹੈ ਹੀ ਹੈ। ਨਹੀਂ ਮਹਾਤਮ ਕੋ ਲਖਿਓ। ਕਮਲੀਏ ਜਲਾਹੀਏ ਪੂਰੇ ਸਤਿਗੁਰੂ ਤੇਰੇ ਕੋਲ ਰਹੇ ਆ, ਤੂੰ ਇਹਨਾਂ ਦਾ ਮਹਾਤਮ ਤੇਜ ਪ੍ਰਤਾਪ ਨਹੀਂ ਜਾਣਿਆ ਹੋਇਆ। ਦਾਤਾ ਜਗ ਜੋ
ਹੋਈ। ਜੋ ਇਹ ਗੁਰੂ ਅੰਗਦ ਸਾਹਿਬ ਸਾਰੇ ਸੰਸਾਰ ਦੇ ਬ੍ਰਹਮ ਗਿਆਨ ਦੇ ਦਾਤਾ ਹਨ। ਇਮ ਕਹਿ ਸਿਰ ਪਰ ਕਲਸ ਲੇ। ਇਸ ਤਰ੍ਹਾਂ ਦਾ ਬਚਨ ਉਹ ਕਮਲੀ ਜੁਲਾਹੀ ਨੂੰ ਕਹਿ ਕੇ ਜਵਾਬ ਦੇ ਕੇ ਤੇ ਜਿਹੜਾ ਘੜਾ ਆਪਣੇ ਸੀਸ ਉੱਪਰ ਲੈ ਲਿਆ ਹੈ। ਆਏ ਨਿਜ ਥਾਨਾ। ਅੱਜ ਜਿੱਥੇ ਆਪਣਾ ਸਥਾਨ ਹੈ ਗੁਰੂ ਅੰਗਦ ਸਾਹਿਬ ਜੀ ਉਹ ਮਲ ਖਾੜੇ ਵਾਲੀ ਜਗ੍ਹਾ ਉੱਥੇ ਆ ਗਏ ਹਨ। ਆਗੇ ਸ੍ਰੀ ਅੰਗਦ ਗੁਰੂ। ਹਾਂ ਗੁਰੂ ਅੰਗਦ ਸਾਹਿਬ ਜੀ ਪਹਿਲਾਂ ਹੀ ਗੁਰੂ ਅਮਰਦਾਸ ਜੀ ਦੇ ਆਉਣ ਤੋਂ ਚਹ ਕਰਿਓ ਇਸ਼ਨਾਨਾ। ਵਸਤਰ ਲਾਏ ਹੋਏ ਆ, ਪੁੱਟਰੇ ਉੱਪਰ ਖੜੋਤੇ ਸੀ, ਇਸ਼ਨਾਨ ਕਰੇ ਹੀ ਚਾਹੁੰਦੇ ਸੀ ਵੀ ਦਾਸ ਦੇਰੀ ਲੱਗੀ ਅਡੀਕ ਰਹੇ ਸਨ। ਕਿਉਂਕਿ ਪਰ ਤਬ ਖਰੇ ਥੇ। ਆਪ ਗੁਰੂ ਅੰਗਦ ਸਾਹਿਬ ਜੀ ਵਸਤਰ ਲਾ ਕੇ ਉਹ ਚੌਂਕੀ ਉੱਪਰ ਖੜੋਤੇ ਹੋਏ ਸਨ। ਸੁਨ ਸ੍ਰਵਣ ਬਿਰਤੰਤਾ। ਆ ਜਿਹੜਾ ਕਮਲੀ ਜਲਾਹੀ ਨੇ ਪੁੱਠਾ ਸਿੱਧਾ ਆਪ ਜੀ ਨੂੰ ਬਚਨ ਕਿਹਾ ਤੇ ਇਧਰ ਗੁਰੂ ਅਮਰਦਾਸ ਸਾਹਿਬ ਜੀ ਨੇ ਵਹਿਮ ਠੋਕ ਕੇ ਜਵਾਬ ਦਿੱਤਾ, ਉਹ ਸਾਰਾ ਸੁਣ ਲਿਆ ਹੈ। ਅਤ ਤ੍ਰਿਤ ਜਾਨੀ ਦਾਸ ਮਹਿ। ਆਪਣੇ ਦਾਸ ਵਿੱਚ ਵੀ ਜਾਣ ਲਿਆ ਵੀ ਬੜੀ ਤਕੜੀ ਧੀਰ ਜੀ ਹੈ। ਵੇਖ ਲੋ ਕਿੰਨਾ ਪੁੱਠਾ ਸਿੱਧਾ ਬੋਲੀ ਹੈ, ਨਹੀਂ ਤਾਂ ਵੀ ਸੁਣਾਉਂਦੇ ਉਸ ਨੂੰ ਕਹਿੰਦੇ ਕੁਛ ਨਹੀਂ ਬੋਲੇ ਹਨ। ਚਾਹਤ ਪਰਖੰਤਾ। ਇਸ ਤਰ੍ਹਾਂ ਫੇਰ ਵੀ ਗੁਰੂ ਅੰਗਦ ਸਾਹਿਬ ਜੀ ਅਜੇ ਵੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਪਰਖਿਆ ਹੀ ਚਾਹੁੰਦੇ ਵੀ ਸਾਡੇ ਕੋਲ ਕੋਈ ਆ ਕੇ ਬੋਲਦੇ ਚੱਲਦੇ ਇਸ ਸੰਬੰਧ ਵਿੱਚ ਕਿ ਨਹੀਂ। ਆਇਓ ਨਿਕਟ ਬਤਾਏ ਨਹਿ। ਗੁਰੂ ਅਮਰਦਾਸ ਸਾਹਿਬ ਜੀ ਆ ਗਏ ਆ ਗੁਰੂ ਅੰਗਦ ਸਾਹਿਬ ਦੇ ਕੋਲ, ਇਸ਼ਨਾਨ ਕਰਾਉਣ ਲੱਗ ਪਏ ਆ, ਪਰ ਕੋਈ ਵੀ ਕੁਝ ਕਿਹਾ ਨਹੀਂ ਹੈ ਵੀ ਜਲਾਹੀ ਨੇ ਮਹਾਰਾਜ ਦੇਖੋ ਤੁਹਾਡੇ ਵਾਸਤੇ ਚੱਲਿਆਂ ਦੇ ਆ ਕੁਝ ਮੈਨੂੰ ਪੁੱਠਾ ਸਿੱਧਾ ਦਿੱਤਾ ਹੈ, ਉਹ ਲਾਂਭਾ ਕੁਝ ਦਿੰਦੇ ਮਹਾਰਾਜ ਨੂੰ ਕੁਝ ਨਹੀਂ ਕਿਹਾ ਹੈ। ਲਗ ਸੇਵ ਸੁਜਾਨਾ। ਸੁਗੜ ਸਜਾਨ ਗੁਰੂ ਅਮਰਦਾਸ ਸਾਹਿਬ ਜੀ ਸੇਵਾ ਵਿੱਚ ਉਵੇਂ ਲੱਗ ਗਏ ਹੈ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ। ਚਰਨ ਪਖਾਰੇ ਸੋਚ ਯੁਤ। ਇਸ ਤਰ੍ਹਾਂ ਪਹਿਲਾਂ ਚਰਨ ਧੋਤੇ ਹਨ, ਫਿਰ ਸੋਚਾਚਾਰ ਕਰਾਇਆ, ਹੱਥ ਧੋਏ ਹਨ, ਮਿੱਟੀ ਨਾਲ ਮੁਰਿਆਏ ਹਨ, ਕਰਵਾਏ ਇਸ਼ਨਾਨਾ। ਉਸ ਤੋਂ ਬਾਅਦ ਫਿਰ ਗੁਰੂ ਅੰਗਦ ਸਾਹਿਬ ਜੀ ਦਾ ਇਸ਼ਨਾਨ ਕਰਵਾਇਆ ਆਪ ਜੀ ਨੇ। ਭਈ ਜੁਲਾਹੀ ਬਾਵਰੀ। ਉਧਰ ਜਿਹੜੀ ਜੁਲਾਹੀ ਪਹਿਲਾਂ ਹੀ ਕਮੜੀ ਸੀ, ਫਿਰ ਕਹਿੰਦੇ ਹੋਰ ਜ਼ਿਆਦਾ ਹੀ ਹੋ ਗਈ ਹੈ। ਤਿਨਕੇ ਬਚ ਭਾਖੇ। ਆਓ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਕਿਹਾ ਹੋਇਆ ਵੀ ਤੂੰ ਤਾਂ ਕਮੜੀ ਭੌਂਕਦੀ ਹੈ। ਦਾਤਨ ਕਾਟਤ ਮੁਖ ਬਕ ਹੈ। ਇਸ ਕਰਕੇ ਕਹਿੰਦੇ ਦੰਦਾਂ ਨਾਲ ਬੁੱਲ ਜੇ ਕੱਟਦੀ ਹੈ ਤੇ ਫਿਰੀ ਜਾਂਦੀ ਹੈ। ਔਰ ਜਿਮ ਅਬਿਲਾਖੇ। ਦੇ ਵਿੱਚ ਆਉਂਦਾ ਅੰਦਰੋਂ ਨਿਕਲਦੀ ਗੱਲ ਉਵੇਂ ਕਹਿੰਦੇ ਬੋਲਦੀ ਹੈ ਪੁੱਠਾ ਸਿੱਧਾ। ਭਈ ਪ੍ਰਭਾਤੀ ਨਿਸਬਿਤੀ। ਜਦੋਂ ਰਾਤ ਬੀਤ ਗਈ ਹੈ ਸਵੇਰ ਹੋਏ ਆਈ ਹੈ। ਸਤਿਗੁਰ ਸਭ ਜਾਣਿਓ। ਇਧਰ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਸਾਰਾ ਕੁਝ ਜਾਣ ਲਿਆ ਹੈ। ਅਮਰਦਾਸ ਨਿਜ ਪਾਸ ਤਬ। ਸਵੇਰੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਆਪਣੇ ਕੋਲ ਬੁਲਵਾਵਨ ਠਾਨਿਓ। ਸੇਵਕ ਭੇਜ ਕੇ ਆਪਣੇ ਕੋਲ ਬੁਲਾ ਲਿਆ, ਸੱਦ ਲਿਆ ਹੈ। ਆਨ ਕਰੀ ਪਦ ਬੰਦਨਾ। ਸਵੇਰੇ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਦੀ ਹਜ਼ੂਰੀ ਵਿੱਚ ਆ ਕੇ ਨਮਸਕਾਰ ਕਰ ਦਿੱਤੀ ਆਪ ਜੀ ਨੇ। ਕਰ ਜੋਰ ਸੋ ਠਾਂਡੇ। ਹੱਥ ਜੋੜ ਕੇ ਗੁਰੂ ਅਮਰਦਾਸ ਸਾਹਿਬ ਜੀ ਖੜਿਆ ਹੋ ਗਏ ਗੁਰੂ ਅੰਗਦ ਸਾਹਿਬ ਜੀ ਦੇ ਅੱਗੇ। ਅਵਲੋਕਤ ਹੈ ਦਰਸ ਕੋ। ਗੁਰੂ ਅੰਗਦ ਸਾਹਿਬ ਦਾ ਸੋਹਣਾ ਦਰਸ਼ਨ ਦਿਦਾਰ ਦੇਖ ਰਹੇ ਕਰ ਰਹੇ ਹੈ। ਅਨੁਰਾਗ ਸੋ ਬਾਡੇ। ਬੜਾ ਭਾਰੀ ਹਿਰਦੇ ਅੰਦਰ ਪ੍ਰੇਮ ਪਿਆਰ ਵਧ ਰਿਹਾ ਹੈ। ਕਹੋ ਬਿਰਤਾਂਤ ਸਭ ਰਾਤ ਕੋ। ਗੁਰੂ ਅੰਗਦ ਸਾਹਿਬ ਜੀ ਬੋਲੇ, ਹੇ ਗੁਰੂ ਅਮਰਦਾਸ ਸਾਹਿਬ ਜੀ ਰਾਤ ਦਾ ਜਿਹੜਾ ਕੋਈ ਪ੍ਰਸੰਗ ਗੱਲਬਾਤ ਹੋਈ ਸੀ ਉਹ ਸਾਨੂੰ ਆਖੋ ਦੱਸੋ। ਕੈਸੇ ਕਰ ਹੋਈ। ਇਸ ਤਰ੍ਹਾਂ ਰਾਤ ਦੇ ਸਮੇਂ ਕਿਸ ਤਰ੍ਹਾਂ ਕਰਕੇ ਗੱਲਬਾਤ ਜੀ ਹੋਈ ਸੀ। ਲਿਆਵਤ ਜਲ ਕੋ ਕਲਸ ਜਬ। ਅਸੀਂ ਅੰਮ੍ਰਿਤ ਵੇਲੇ ਸਾਡੇ ਜਲ ਇਸ਼ਨਾਨ ਕਰਨ ਵਾਸਤੇ ਜਲ ਲੈ ਕੇ ਆ ਰਹੇ ਸੀ। ਬੋਲਿਓ ਕਿਮ ਹੋਈ। ਬੋਲਿਓ ਕਿਵੇਂ ਹੋਈ ਕੋਈ। ਕਿਵੇਂ ਕੋਈ ਤੁਹਾਨੂੰ ਪੁੱਠਾ ਸਿੱਧਾ ਬੋਲਿਆ ਸੀ। ਹਾਥ ਬੰਦ ਬਿਨਤੀ ਭਨੀ। ਉਸ ਸਵੇਰੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਹੱਥ ਜੋੜ ਕੇ ਬੇਨਤੀ ਆਖੀ। ਤੁਮ ਅੰਤਰ ਜਾਮੀ।
ਤੁਹਾਨੂੰ ਕੀ ਦਸੀਏ, ਤੁਸੀਂ ਤਾਂ ਅੰਦਰਲੀਆਂ ਜਾਣਨ ਵਾਲੇ ਹੋ। ਬਿਨਾ ਕਹੇ ਜਾਣੋ ਸਕਲ, ਮੇਰੇ ਬਿਨਾ ਕਹਿਣ ਤੋਂ ਮਾਰਾ ਅੰਤਰਜਾਮੀ ਹੋਣ ਕਰਕੇ ਸਾਰਾ ਜਾਣਦੇ ਹੋ ਤੁਸੀਂ। ਦਾਤਾ ਜਗ ਸੁਆਮੀ, ਇਹ ਤਾਂ ਮਾਰਾ ਸਾਰੇ ਸੰਸਾਰ ਦੇ ਸੁਆਮੀ ਤੇ ਦਾਤਾ ਹੋ, ਸਭ ਕੁਛ ਦੇਣ ਵਾਲੇ ਹੋ। ਕੁਛ ਦੁਰਾਓ ਨਹਿ ਆਪ ਤੇ, ਗੁਰੂੰਗਰ ਸਾਹਿਬ ਜੀ ਆਪ ਤੋਂ ਕੋਈ ਲੁਕਾ ਛਪਾਤਾ ਹੈ ਨਹੀਂ, ਇਹੋ ਨਹੀਂ ਸਕਦਾ ਹੈ। ਜੇ ਸਭ ਕਿਛ ਜਾਣੇ, ਇਹ ਸਤਿਗੁਰੂ ਆਪ ਸਭ ਕੁਝ ਜਾਣਦੇ ਹੀ ਹੋ, ਸਭ ਪਹਿਲਾਂ ਹੀ। ਮੈਂ ਡਰਪੋ ਕੋ ਅਪਰ ਵਿਦ, ਇਸ ਲਈ ਡਰਦਾ ਵੀ ਕੋਈ ਹੋਰ ਢੰਗ ਦੇ ਨਾਲ ਨਹਿ ਜਾਏ ਬਖਾਨੇ। ਆਪ ਜੀ ਦੇ ਸਾਹਮਣੇ ਕਿਸੇ ਹੋਰ ਤਰ੍ਹਾਂ ਨਾਲ ਨਾ ਕਿਹਾ ਜਾ ਸਕੇ, ਕੋਈ ਹੋਰ ਉਲਟ ਨਾ ਕੋਈ ਬਚਨ ਕਹਿ ਦੇਵਾ। ਸੁਨ ਕੈ ਸ੍ਰੀ ਅੰਗਦ ਤਬੈ, ਉਸ ਵੇਲੇ ਗੁਰੂੰਗਰ ਸਾਹਿਬ ਜੀ ਨੇ ਨਿਮਰਤਾ ਦੇ ਬਚਨ ਸੁਣ ਕੇ ਇਹਨਾਂ ਦੇ ਬੁਲਵਾਏ ਜੁਲਾਹਾ, ਇਹਨਾਂ ਨੂੰ ਤਾਂ ਕੁਝ ਨਹੀਂ ਕਿਹਾ, ਜਿਹੜਾ ਜੁਲਾਹਾ ਹੈ ਉਹਨੂੰ ਬੁਲਾ ਲਿਆ ਕੋਲ। ਜੁਗਤ ਜੁਲਾਹੀ ਆਏ ਸੋ, ਜਿਹੜੇ ਕਮਲੀ ਜੀ ਜੁਲਾਹੀ ਸੀ ਉਹਦੇ ਸਮੇਤ ਹੀ ਆਇਆ ਗੁਰੂ ਅੰਗਦ ਸਾਹਿਬ ਜੀ ਦੇ ਪਾਸ। ਸਥਿਤ ਭਾ ਗੁਰ ਪਾਹਾ, ਗੁਰੂ ਅੰਗਦ ਸਾਹਿਬ ਜੀ ਦੇ ਕੋਲ ਆਈ ਸਥਿਤ ਹੋਇਆ ਹੈ। ਦਰਸ਼ਨ ਕੀਨੇ ਸੁਧ ਭਈ, ਗੁਰੂ ਅੰਗਦ ਸਾਹਿਬ ਜੀ ਦੇ ਦਰਸ਼ਨ ਕੀਤੇ ਜੁਲਾਹੀ ਨੇ, ਜਿਸ ਕਰਕੇ ਇਹਨੂੰ ਚੰਗੀ ਹੋਸ਼ ਆਈ, ਇਹ ਕਮਲਪਣਾ ਦੂਰ ਹੋ ਗਿਆ। ਸਮ ਪ੍ਰਥਮ ਜੁਲਾਹੀ, ਆ ਜਿਵੇਂ ਪਹਿਲਾਂ ਸੀ ਜੁਲਾਹੀ ਉਸੇ ਤਰ੍ਹਾਂ ਦੀ ਹੋ ਗਈ ਹੈ। ਸ੍ਰੀ ਅੰਗਦ ਬੂਝਿਓ ਤਬੈ, ਜਦੋਂ ਜੁਲਾਹੇ ਦੇ ਤਾਈ ਗੁਰੂ ਅੰਗਦ ਸਾਹਿਬ ਜੀ ਨੇ ਪੁੱਛਣਾ ਕੀਤਾ ਹੈ, ਸੱਚ ਕਹੋ ਹਮ ਪਾਹੀ, ਇਹ ਸਾਡੇ ਪਾਸ ਵੀ ਜੁਲਾਹੇ ਸੱਚੋ ਸੱਚ ਕਹਿ ਦੇ। ਨਿਸਬਿਰ ਤਾਂਤ ਕਿਸ ਵਿਦ ਪਾਇਓ, ਰਾਤ ਦੇ ਸਮੇਂ ਗੁਰੂ ਅਮਰਦਾਸ ਸਾਹਿਬ ਜੀ ਦੇ ਨਾਲ ਤੇਰਾ ਕਿਸ ਤਰ੍ਹਾਂ ਦਾ ਕੋਈ ਪ੍ਰਸੰਗ, ਕਿਵੇਂ ਬਚਨ ਵਿਲਾਸ ਹੋਏ। ਸਭ ਦੇਹ ਸੁਨਾਈ, ਜੁਲਾਹੇ ਤੂੰ ਸਾਰਾ ਸੱਚੋ ਸੱਚ ਹੀ ਸੁਣਾ ਦੇ। ਦੀਨ ਦੁਨੀ ਦੁਖ ਪਾਏ ਹੈ, ਦੇਖ ਲਾ ਜੁਲਾਇਆ ਇਸ ਲੋਕ ਵਿੱਚ ਵੀ ਦੀਨ ਪਰਲੋਕ ਵਿੱਚ ਵੀ ਦੁੱਖ ਪਾਵੇਂਗਾ। ਜੇ ਰਾਖ ਦੁਰਾਈ, ਜੇ ਸਾਡੇ ਕੋਲ ਤੂੰ ਗੱਲਬਾਤ ਨੂੰ ਕੋਈ ਲੁਕੋ ਕੇ ਰੱਖਿਆ ਨਾ ਦੱਸੀ। ਸੁਨਤ ਜੁਲਾਹੇ ਭੈ ਧਰਿਓ, ਗੁਰੂ ਮਹਾਰਾਜ ਤੋਂ ਸੁਣ ਕੇ ਜੁਲਾਹੇ ਨੇ ਬੜਾ ਡਰ ਭੈ ਧਾਰਿਆ ਹੈ। ਇਨਕੇ ਬਚ ਸਾਚੇ, ਤੇ ਸੋਚਿਆ ਵੀ ਗੁਰੂ ਅੰਗਦ ਸਾਹਿਬ ਜੀ ਦੇ ਬਚਨ ਤਾਂ ਸੱਚੇ ਹੀ ਹੈ। ਕਹੋ ਨਾ ਮੈਂ ਦੁਖ ਪਾਏ ਹਾਂ, ਇਹਨਾਂ ਦੇ ਕੋਲ ਮੈਂ ਸੱਚ ਨਾ ਕਿਹਾ ਤੇ ਫਿਰ ਲੋਕ ਪਰਲੋਕ ਵਿੱਚ ਮੈਂ ਦੁੱਖ ਪਾਊਂਗਾ। ਇਮ ਲੱਖ ਸੱਚ ਰਾਚੇ, ਉਹ ਜਾਣ ਕੇ ਜਿਹੜਾ ਜੁਲਾਹਾ ਸੱਚ ਵਿੱਚ ਰਖਿਆ, ਸੱਚ ਬੋਲਣ ਲੱਗਿਆ ਹੈ। ਬੂਝਿਓ ਮੈਂ ਕਿਆ ਖੜਕ ਭਾ, ਜਦੋਂ ਪਹਿਰ ਰਾਤ ਰਹਿੰਦੇ ਆ ਖੜਾਕ ਜਾ ਹੋਇਆ ਸੀ, ਮੈਂ ਪੁੱਛਿਆ ਸੀ ਬਾਹਰ ਆ ਕੇ, ਬਾਹਰ ਕਿਸ ਕਾਲਾ, ਇਸ ਸਮੇਂ ਬਾਹਰ ਵੀ ਕਿਵੇਂ ਖੜਾਕ ਜਾ ਹੋਇਆ ਹੈ। ਮਮਦਾਰਾ ਜਾਗਤ ਹੁਤੀ, ਇਹ ਸਤਿਗੁਰੂ ਮੇਰੀ ਜਿਹੜੀ ਘਰ ਵਾਲੀ ਹੈ ਜੁਲਾਹੀ ਉਸ ਵੇਲੇ ਜਾਗਦੀ ਹੈ ਸੀ। ਤਿਨ ਕੀਨ ਸੰਭਾਲਾ, ਉਹਨੇ ਕਹਿੰਦੇ ਇਸ ਤਰ੍ਹਾਂ ਸੰਭਾਲ ਜੀ ਕੀਤੀ ਹੈ। ਬੋਲੀ ਸੁਨ ਮਨ ਪਰਖ ਕੈ, ਕਹਿੰਦੇ ਮਨ ਵਿੱਚ ਪਰ ਕਿਉਂ ਬੋਲ ਪੀ ਜੁਲਾਹੀ ਮੇਰੀ ਘਰ ਵਾਲੀ। ਇਹ ਅਮਰ ਨਿਥਾਵਾ, ਮੈਨੂੰ ਕਹਿਣ ਲੱਗੀ ਇਸ ਸਮੇਂ ਅਮਰੂ ਨਿਥਾਵਾ ਹੋਣਾ। ਦਾਸ ਤੁਮਾਰੇ ਬਾਵਰੀ, ਮਹਾਰਾਜ ਤੁਹਾਡਾ ਜਿਹੜਾ ਇਹ ਦਾਸ ਅਮਰਦਾਸ ਇਹਨਾਂ ਨੇ ਮੇਰੇ ਘਰ ਵਾਲੀ ਨੂੰ ਕਮੜੀ ਕਹਿ ਦਿੱਤਾ। ਤਬ ਬਾਕ ਅਲਾਵਾ, ਕਹਿ ਦਿੱਤਾ ਵੀ ਤੂੰ ਇਹ ਝੂਠ ਬੋਲਦੀ, ਕਮਲੀ ਹੈ, ਭੋਲੀ ਹੈ। ਦਰਸ਼ਨ ਦੇਖੇ ਸੁਧ ਭਈ, ਇਹ ਤਾਂ ਮਾਰਾ ਕੱਪੜੇ ਪਾੜਦੀ ਸੀ, ਬੁੱਲ ਕੱਟਦੀ ਸੀ, ਇਹ ਤਾਂ ਤੁਹਾਡੇ ਦਰਸ਼ਨ ਦੇਖ ਕੇ ਠੀਕ ਹੋ ਗਈ ਹੈ। ਅਬ ਰਾਵਰ ਪਾਸੀ, ਇਹ ਗੁਰੂ ਅੰਗਦ ਸਾਹਿਬ ਜੀ ਦੀ ਆਪ ਜੀ ਦੀ ਹਜ਼ੂਰੀ ਵਿੱਚ ਆ ਕੇ ਬਚਨ ਫੁਰਹਿ ਸਭ ਕਹੈ ਜਿਮ, ਬਾਕੀ ਮਾਰਾ ਆਪ ਦਾ ਦਾਸ ਜਿਵੇਂ ਬਚਨ ਕਹਿੰਦਾ ਉਵੇਂ ਪੂਰਾ ਹੁੰਦਾ, ਤਾਂ ਕਮੜੀ ਉਸੇ ਵੇਲੇ ਹੋ ਗਈ ਸੀ। ਸੁਨ ਹਮ ਮਤ ਤਰਾਸੀ, ਇਸ ਕਰਕੇ ਐਸੇ ਬਚਨ ਸੁਣ ਕੇ ਸਾਡੀ ਤਾਂ ਬੁੱਧੀ ਮਾਰਾ ਡਰ ਗਈ ਹੈ ਵੀ ਮਾਰੇ ਜਾਵਾਂਗੇ। ਪੁਨ ਗੁਰ ਬੂਝਿਓ ਸ੍ਰੀ ਅਮਰ, ਹਾਂ ਇਸ ਤਰ੍ਹਾਂ ਜੁਲਾਹੇ ਤੋਂ ਪੁੱਛ ਕੇ ਫਿਰ ਗੁਰੂ ਅਮਰਦਾਸ ਸਾਹਿਬ ਜੀ ਤੋਂ ਆਪ ਜੀ ਨੇ ਪੁੱਛਿਆ ਹੈ। ਐਸੇ ਵਿਦ ਹੋ
ਹੋਈ। ਤੁਸੀਂ ਦੱਸੋ ਇਸ ਤਰ੍ਹਾਂ ਦੀ ਗੱਲਬਾਤ ਹੋਈ ਸੀ। ਕਰਨ ਲੱਗੇ ਬਿਨਤੀ ਤਬ ਉਸ ਹੈ। ਵੇਲੇ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਅੰਗਦ ਸਾਹਿਬ ਜੀ ਅੱਗੇ ਬੇਨਤੀ ਕਰਨ ਲੱਗ ਪਏ। ਕਰ ਜੋਰਤ ਦੋਈ। ਦੋਵੇਂ ਹੱਥ ਜੋੜਦੇ ਹੋਏ ਮੋਹ ਨਿਥਾਵਾ ਇਨ ਕਹਿਓ। ਆਹ ਦੇਖੋ ਇਹ ਕਮਰੀ ਜਲਾਹੀ ਨੇ ਮੈਨੂੰ ਕਹਿੰਦੇ ਨਥਾਵਾਂ ਕਹਿ ਦਿੱਤਾ। ਸੋ ਸਾਚ ਬਖਾਨੇ। ਚਲੋ ਕਹਿੰਦੇ ਪਹਿਲਾਂ ਜਿਵੇਂ ਕਹਿੰਦੀ ਸੀ ਉਹ ਸੱਚੀ ਕਹਿ ਰਹੀ ਸੀ। ਜਬ ਲੋ ਆਤਮ ਰੂਪ ਕੋ। ਨਾਚਰ ਜਿਹੜਾ ਜੀਵ ਹੈ ਆਪਣੇ ਆਤਮ ਸਰੂਪ ਨੂੰ ਮਨ ਲੈ ਨ ਜਾਣੀ। ਬੰਦੇ ਜੀ ਕਹਿੰਦੇ ਚੰਗੀ ਤਰ੍ਹਾਂ ਆਪਣੇ ਆਤਮ ਸਰੂਪ ਨੂੰ ਜਾਣ ਲੈ ਉਹਨਾਂ ਚਿਰ ਤਾਂ ਨਥਾਵਾਂ ਹੁੰਦਾ ਜੀਵ। ਥਾਓ ਪਾਏ ਨਹਿ ਥਿਰਹਿ ਨਹਿ। ਜਿੰਨਾ ਚਿਰ ਸਰੂਪ ਰੂਪੀ ਥਾਂ ਨਾ ਪਾਵੇ ਤੇ ਇਹ ਟਿਕੇ ਨਾ ਜੀਵ। ਤਬ ਲੱਗੋ ਨਿਥਾਵਾ। ਉਹਨਾਂ ਚਿਰ ਤਾਂ ਠੀਕ ਹੈ ਵੀ ਸਭ ਕੋਈ ਨਥਾਵਾਂ ਹੁੰਦਾ ਮੈਂ ਵੀ ਨਥਾਵਾਂ ਜੀਵ ਸੀ। ਭਟਕਤ ਮ੍ਰਿਗ ਤ੍ਰਿਸ਼ਨਾ ਇਹ ਵਿਖੈ। ਜਿਹੜਾ ਜੀਵ ਹੈ ਮਿਰਗ ਤ੍ਰਿਸ਼ਨਾ ਦੇ ਜਲ ਵਾਂਗੂ ਹਰਨ ਵਾਂਗੂ ਇਹ ਭਟਕਦਾ ਕਿਤ ਸ਼ਾਂਤ ਨਾ ਪਾਵਾ। ਤੇ ਜੀਵ ਸ਼ਾਂਤੀ ਨਹੀਂ ਪਾਉਂਦਾ ਹੈ। ਜਬ ਤੁਮਰੀ ਸੇਵਾ ਰੁਚਰ। ਜਦੋਂ ਦੀ ਮਹਾਰਾ ਆ ਕੇ ਤੁਹਾਡੀ ਸੋਹਣੀ ਜਿਹੜੀ ਸੇਵਾ ਹੈ ਕੀਏ ਤਰਕ ਜੁਲਾਹੀ। ਮੈਂ ਮਹਾਰਾਜ ਕਰਨ ਲੱਗਿਆ ਇਹ ਤੁਹਾਡੀ ਸੇਵਾ ਤੇ ਇਹਨੇ ਤਰਕ ਦੀ ਹੁਜਤ ਕੀਤੀ ਵੀ ਰਾਤ ਦਿਨ ਖੜਦਾ ਨਹੀਂ ਹੈ। ਸਹੀ ਗਈ ਨਹਿ ਮੋਹ ਤੇ। ਕਰਕੇ ਫਿਰ ਮੇਰੇ ਤੋਂ ਪਾਸੋਂ ਮਹਾਰਾਜ ਦੀ ਗੱਲ ਤਰਕ ਵਾਲੀ ਸਹਾਰੀ ਨਹੀਂ ਗਈ ਹੈ। ਬੌਰੀ ਤਬ ਪ੍ਰਾਹੀ। ਮੈਂ ਫਿਰ ਇਹਨੂੰ ਕਹਿਣਾ ਸੀ ਵੀ ਤੂੰ ਤਾਂ ਕਮਲੀ ਹੈ ਮੈਂ ਸਤਿਗੁਰੂ ਦੀ ਸੇਵਾ ਕਰਦਾ ਤੂੰ ਕਹਿੰਦੀ ਰਾਤ ਦਿਨ ਚੈਨ ਨਹੀਂ ਭਟਕਦਾ ਹੈ। ਪ੍ਰੇਮ ਲਪੇਟਿਓ ਬਾਕ ਸੁਨ। ਇਸ ਤਰ੍ਹਾਂ ਪ੍ਰੇਮ ਦੇ ਨਾਲ ਲਪੇਟਿਆ ਹੋਇਆ ਪ੍ਰੇਮ ਦੇ ਸਹਿਤ ਜਿਹੜਾ ਬਚਨ ਸੁਣ ਕੇ ਮਨ ਦਰਵਿਓ ਕਿਰਪਾਲਾ। ਉਸ ਵੇਲੇ ਦਿਆਲੂ ਕਿਰਪਾਲੂ ਗੁਰੂ ਅੰਗਦ ਸਾਹਿਬ ਦਾ ਮਨ ਬਹੁਤ ਕਹਿੰਦੇ ਢੱਕ ਗਿਆ ਬਹੁਤ ਹੀ ਕਿਰਪਾ ਵਿੱਚ ਆ ਗਿਆ ਹੈ। ਭਏ ਮਹਾ ਅਨਕੂਲ ਤਬ। ਉਸ ਵੇਲੇ ਗੁਰੂ ਅੰਗਦ ਸਾਹਿਬ ਜੀ ਬੜੇ ਅਨੁਕੂਲ ਬਹੁਤ ਹੀ ਪ੍ਰਸੰਨ ਹੋ ਗਏ। ਲਖ ਕਾਲ ਵਿਸਾਲਾ। 12 ਸਾਲ ਦੀ ਮਹਾਨ ਘਲ ਨਾ ਜਾਣ ਕੇ ਲੱਖ ਕੇ ਬਖਸ਼ਨ ਕੋ ਬਖਸ਼ਿਸ਼ ਮਹਾ। ਜਿਹੜੀਆਂ ਮਹਾਨ ਗੁਰੂ ਨਾਨਕ ਸਾਹਿਬ ਦੀਆਂ ਕਰਦੀਆਂ ਬਖਸ਼ਾਂ ਉਹਨਾਂ ਨੂੰ ਬਖਸ਼ਣ ਵਾਸਤੇ ਦੇਣ ਵਾਸਤੇ ਉਮਗਿਓ ਉਰ ਭਾਰੀ। ਹਾਂ ਗੁਰੂ ਅੰਗਦ ਸਾਹਿਬ ਦਾ ਹਿਰਦਾ ਭਾਰੀ ਉਛੜਿਆ ਬੜਾ ਉਤਸ਼ਾਹ ਵਿੱਚ ਆਇਆ ਹੈ। ਕਰਨ ਕਿਤਾਰਥ ਦਾਸ ਕੋ। ਆਪਣਾ ਜਿਹੜਾ ਸੇਵਕ ਦਾਸ ਉਸ ਨੂੰ ਸਫਲ ਨਿਹਾਲ ਕਰਨ ਵਾਸਤੇ ਗੁਰ ਗਿਰਾ ਉਚਾਰੀ। ਅੰਗਦ ਸਾਹਿਬ ਮਹਾਰਾਜ ਨੇ ਇਸ ਤਰ੍ਹਾਂ ਮੁਖੋਂ ਬਚਨ ਬਾਣੀ ਕਿਹਾ ਹੈ। ਤੋਮਰ ਛੰਦ ਤੁਮਹੋ ਨਿਥਾਵਨ ਥਾਨ। ਆਏ ਕੇ ਵਰ ਦਿੱਤਾ ਵੀ ਇਹ ਤਾਂ ਨਥਾਵਾਂ ਕਹਿੰਦੀ ਹੈ। ਹੇ ਗੁਰੂ ਅਮਰਦਾਸ ਸਾਹਿਬ ਜੀ ਤੁਸੀਂ ਤਾਂ ਜਿਹੜੇ ਨਥਾਵੇਂ ਉਹਨਾਂ ਨੂੰ ਸਰੂਪ ਰੂਪੀ ਥਾਂ ਦੇਣ ਕਰੋਗੇ ਸਰੂਪ ਰੂਪੀ ਥਾਂ ਦੀ ਬਖਸ਼ਿਸ਼ ਕਰੋਗੇ ਇਸ ਕਰਕੇ ਨਥਾਵਿਆਂ ਦੇ ਥਾਮ ਹੋਵੋਗੇ। ਕਰਹੁ ਨਿਮਾਨਹਿ ਮਾਨ। ਜਿਨ੍ਹਾਂ ਨੇ ਕੋਈ ਨਹੀਂ ਮਾਣ ਦੇ ਰਿਹਾ ਉਹਨੂੰ ਤੁਸੀਂ ਮਾਣ ਬਖਸ਼ਣਾ ਕਰਿਆ ਕਰੋ। ਪ੍ਰੇਮੇ ਕੁਸ਼ਟੀ ਵਰਗਿਆਂ ਨੂੰ ਮਾਣ ਬਖਸ਼ੋਗੇ। ਬਿਨ ਓਟ ਕੀ ਤੁਮ ਓਟ। ਕੋਈ ਓਟ ਨਹੀਂ ਦਿੰਦਾ ਬਿਨਾਂ ਓਟਿਆਂ ਦੇ ਤੁਸੀਂ ਓਟ ਹੋ ਦੇਣ ਵਾਲੇ ਹੋਵੇ ਓਟ ਆਸਰਾ ਬਖਸ਼ੋਗੇ। ਇਹ ਤੀਸਰਾ ਵਰ ਦਿੱਤਾ। ਨਿਦਰੇਨ ਕੀ ਤਿਰ ਕੋਟ। ਜੇ ਨਿਤਰੇ ਹਨ ਉਹਨਾਂ ਨੇ ਉਹਨਾਂ ਕਰੋੜਾਂ ਨੂੰ ਤੁਸੀਂ ਤਿਰ ਬਖਸ਼ਣ ਵਾਲੇ ਹੋਵੋਗੇ। ਬਿਨ ਜੋਰ ਕੇ ਤੁਮ ਜੋਰ। ਇਸ ਤਰ੍ਹਾਂ ਜਿਨ੍ਹਾਂ ਦੇ ਅੰਦਰ ਕੋਈ ਬਲ ਹੈ ਨਹੀਂ ਹੈ ਬਿਨਾਂ ਬਲ ਤੋਂ ਉਹਨਾਂ ਦੇ ਤੁਸੀਂ ਬਲ ਬਖਸ਼ਣ ਵਾਲੇ ਹੋਵੋਗੇ। ਇਸ ਤਰ੍ਹਾਂ ਇਹ ਪੰਜਵਾਂ ਵਰ ਬਖਸ਼ਿਆ। ਪਹਿਲਾ ਤੁਮ ਹੋ ਨਿਥਾਵਨ ਨਥਾਨ। ਦੂਜਾ ਕਰਹੁ ਨਿਮਾਨਨ ਮਾਨ। ਤੀਜਾ ਨਿਓਟਿਆਂ ਕੀ ਓਟ ਨਿਥਰੇ ਕੀ ਨਿਥਰ। ਚੌਥਾ ਇਹ ਬਿਨਾਂ ਜ਼ੋਰ ਤੋਂ ਜਿਹੜੇ ਹਨ ਉਹਨਾਂ ਨੂੰ ਤੁਸੀਂ ਜ਼ੋਰ ਬਲ ਬਖਸ਼ਣ ਵਾਲੇ ਹੋ। ਪੰਜਵਾਂ ਵਰ ਬਖਸ਼ਿਆ। ਸਮ ਕੋ ਨਾ ਹੈ ਤੁਮ ਹੋਰ। ਇਸ ਤਰ੍ਹਾਂ ਛੇਵਾਂ ਵਰ ਇਹ ਦਿੱਤਾ ਵੀ ਤੁਹਾਡੇ ਸਮਾਨ ਕੋਈ ਹੋਰ ਨਹੀਂ ਹੋ ਸਕਿਆ। ਜਿਹੋ ਜੇ ਤੁਸੀਂ ਹੋਵੋਗੇ ਉਹੋ ਜੇ ਤੁਸੀਂ ਹੀ ਹੋਵੋਗੇ। ਤੋ ਕੋਈ ਉਪਮਾ ਤੋਂ ਬਨਹਾਵਾ ਜਿਵੇਂ ਕਿਹਾ ਹੈ। ਬਿਨ ਧੀਰ ਕੋ ਬਰ ਧੀਰ। ਇਸ ਤਰ੍ਹਾਂ ਸਤਵਾਂ ਵਰਸ਼ ਵਰ ਬਖਸ਼ਿਆ ਵੀ ਜਿਨ੍ਹਾਂ ਨੂੰ ਕੋਈ
ਮੰਗੀ ਧੀਰ ਹੌਸਲਾ ਨਹੀਂ ਦਿੰਦਾ ਬਿਨਾ ਧੀਰ ਤੋਂ ਨਨਸੀ ਸ੍ਰੇਠ ਧੀਰ ਬਖਸ਼ਣ ਵਾਲੇ ਹੋਵੋਗੇ। ਸਭ ਪੀਰ ਕੋ ਵੱਡ ਪੀਰ ਆਠਵਾਂ ਵਰ ਇਹ ਦਿੱਤਾ ਜਿੰਨੇ ਵੱਡੇ ਵੱਡੇ ਪੀਰ ਹੈ ਸਾਰਿਆਂ ਦੇ ਤੁਸੀਂ ਵੱਡੇ ਪੀਰ ਹੋਵੋਗੇ। ਜਾਹਰ ਪੀਰ ਜਗਤ ਗੁਰੂ ਬਾਬੇ ਵਾਂਗ ਤੁਮ ਹੋ ਸੋ ਗਈ ਬਹੋੜ। ਇਸ ਤਰ੍ਹਾਂ ਕਹਿੰਦੇ ਅੱਗੇ ਨੌਵਾਂ ਵਰ ਦਿੱਤਾ ਵੀ ਜਿਹੜੀ ਕੋਈ ਮਨੁੱਖ ਦੀ ਜੀਵ ਦੀ ਐਵੇਂ ਉਮਰ ਚਲੀ ਗਈ ਅਜਾਈ ਉਮਰ ਗਈ ਆ ਉਹਨੂੰ ਤੁਸੀਂ ਮੋੜ ਲਿਆਓਗੇ ਮੋੜ ਲਿਆਓਗੇ ਉਹਦੀ ਉਮਰ ਨੂੰ ਤੁਸੀਂ ਸਫਲ ਕਰ ਦੇਵੋਗੇ। ਨਰ ਬੰਦ ਕੋ ਤੇ ਛੋੜ। ਹਾਂ ਬਾਕੀ ਜਿਹੜਾ 10ਵਾਂ ਵਰ ਇਹ ਦਿੱਤਾ ਜਿਹੜੇ ਮਨੁੱਖ ਕਹਿੰਦੇ ਬੱਝੇ ਪਏ ਉਹਨਾਂ ਨੂੰ ਤੁਸੀਂ ਛਡਾਉਣ ਵਾਲੇ ਹੋਵੋਗੇ। ਜਿਹੜੇ ਮੋਹ ਮਮਤਾ ਵਿੱਚ ਬੱਝੇ ਪਏ ਉਹਨਾਂ ਨੂੰ ਵੀ ਤੁਸੀਂ ਮੋਹ ਮਮਤਾ ਵਿੱਚੋਂ ਛਡਾਉਣ ਵਾਲੇ ਹੋਵੋਗੇ। ਘੜ ਭੰਨਵੇ ਸਮਰੱਥ। ਫਿਰ ਕਹਿੰਦੇ 11ਵਾਂ ਵਰ ਇਹ ਦਿੱਤਾ ਵੀ ਸੰਸਾਰ ਨੂੰ ਕੱਢ ਲੈਣਾ ਕਰਨਾਲ ਨੂੰ ਭੰਨ ਦੇਣਾ ਤੋੜ ਦੇਣਾ ਇਹਦੇ ਵਿੱਚ ਤੁਸੀਂ ਸਮਰੱਥ ਹੋਵੋਗੇ ਤਾਕਤਵਰ ਹੋਵੋਗੇ। ਭਾਵੇਂ ਸੰਸਾਰ ਨੂੰ ਭੰਨਦੇ ਹੋ ਭਾਵੇਂ ਤੁਸੀਂ ਬਣਾ ਦੇਵੋ। ਜਗ ਜੀਵ ਕਾ ਤੁਮ ਹੱਥ। ਬਾਕੀ ਇਹ 12ਵਾਂ ਵਰ ਦਿੱਤਾ ਸਾਰੇ ਸੰਸਾਰ ਦੀ ਜਿਹੜੀ ਉਪਜੀਵਕਾ ਤੁਹਾਡੇ ਹੱਥ ਹੋਈ ਤੁਹਾਡਾ ਹੀ ਸੰਸਾਰ ਲੈ ਕੇ ਛਕੇ ਛਕਾਏਗਾ। ਵਰ ਦੀਨ ਦੁਆਦਸ ਹੋਰ। ਢੇਰ ਕਹਿੰਦੇ ਇਸ ਤਰ੍ਹਾਂ ਵੇਖ ਕੇ ਸੇਵਾ 12 ਵਰ ਦੇ ਦਿੱਤੇ। ਸੋ ਪ੍ਰਸੰਨ ਹੋਏ ਬਡੇਰ। ਚੰਗੀ ਤਰ੍ਹਾਂ ਬਹੁਤ ਤਕੜੇ ਪ੍ਰਸੰਨ ਹੋ ਕੇ ਖੁਸ਼ ਹੋ ਕੇ ਘਰ ਸੰਗ ਲਾਵਨ ਕੀਨ। 12 ਵਰ ਦੇ ਕੇ ਪ੍ਰਸੰਨ ਹੋ ਕੇ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਆਪਣੇ ਗਲ ਨਾਲ ਲਾ ਲਿਆ ਜੱਫੀ ਵਿੱਚ ਲੈ ਲਿਆ। ਪੁਲਕਾਏ ਪ੍ਰੇਮ ਪ੍ਰਵੀਨ। ਜਿਹੜੇ ਪ੍ਰੇਮ ਵਿੱਚ ਸਿਆਣੇ ਸਤਿਗੁਰੂ ਉਹਨਾਂ ਦੇ ਖੁਸ਼ੀ ਵਿੱਚ ਲੂ ਕੰਡੇ ਖੜੇ ਹੋ ਗਏ ਰੌਂਗਟੇ ਹੋ ਗਏ ਖੜੇ। ਮਮ ਰੂਪ ਭੇ ਮਿਲ ਅੰਗ। ਫਿਰ ਮੁਖੋਂ ਬੋਲੇ ਹਨ ਇਹ ਸਾਡੇ ਅੰਗਾਂ ਨਾਲ ਮਿਲ ਕੇ ਹੁਣ ਸਾਡਾ ਰੂਪ ਹੋ ਗਏ ਹੈ। ਸਲਤਾ ਮਿਲੇ ਜਿਮ ਗੰਗ। ਜਿਵੇਂ ਨਦੀਆਂ ਪਾਣੀ ਗੰਗਾ ਦੇ ਵਿੱਚ ਆ ਮਿਲ ਜਾਂਦੀਆਂ ਗੰਗਾ ਰੂਪ ਹੋ ਜਾਂਦੀਆਂ ਇਸ ਤਰ੍ਹਾਂ ਸਾਡੇ ਰੂਪ ਵਾਂਗ ਹੀ ਹੋ ਗਏ ਸਾਡੇ ਨਾਲ ਮਿਲ ਕੇ। ਜਿਮ ਬੂੰਦ ਸਿੱਧ ਮਝਾ ਸਿੰਧ ਮਝਾਰ। ਕਹਿੰਦੇ ਪਾਣੀ ਦੀ ਬੂੰਦ ਸਮੁੰਦਰ ਵਿੱਚ ਪੈ ਜਾਵੇ ਤੇ ਉਹ ਸਮੁੰਦਰ ਰੂਪ ਹੋ ਜਾਂਦੀ ਹੈ। ਤਿਮ ਏਕ ਰੂਪ ਹਮਾਰ। ਇਸ ਤਰ੍ਹਾਂ ਇਹ ਗੁਰੂ ਅਮਰਦਾਸ ਸਾਹਿਬ ਜੀ ਸਾਡੇ ਨਾਲ ਮਿਲ ਕੇ ਸਾਡਾ ਰੂਪ ਹੀ ਹੋ ਗਏ ਇੱਕ ਰੂਪ ਹੀ ਹੋ ਗਏ। ਇਹਨਾਂ ਵਿੱਚ ਸਾਡੇ ਵਿੱਚ ਕੋਈ ਫਰਕ ਨਹੀਂ ਰਿਹਾ ਹੈ। ਦੋਹਰਾ ਕਨਕਾ ਪਾਵਨ ਦੌ ਵਿਖੇ। ਇਸ ਤਰ੍ਹਾਂ ਬਚਨ ਕਿਹਾ ਵੀ ਜਿਵੇਂ ਜਿਹੜੀ ਦੋ ਅਗਨੀ ਹੁੰਦੀ ਉਹਦੇ ਵਿੱਚ ਅੱਗ ਦਾ ਚਿੰਗਿਆੜਾ ਜਾ ਪੈ ਜਾਵੇ ਮਿਲ ਸਰੂਪ ਇੱਕ ਹੋਏ। ਹਾਂ ਜਿਵੇਂ ਉਹ ਕਹਿੰਦੇ ਦੋ ਅਗਨੀ ਜੰਗਲ ਦੀ ਅੱਗ ਵਿੱਚ ਚਿੰਗਿਆੜਾ ਪੈ ਕੇ ਉਹਦਾ ਹੀ ਰੂਪ ਹੋ ਜਾਂਦਾ ਹੈ। ਸਾਡੇ ਸਰੂਪ ਨਾਲ ਮਿਲ ਕੇ ਸਾਡਾ ਸਰੂਪ ਹੀ ਇੱਕ ਹੋ ਗਏ ਹਨ। ਤਿਮ ਹਮ ਤੁਮ ਏਕੈ ਭਏ। ਖੁਸ਼ ਹੋ ਗਏ ਹਨ ਵੀ ਤਿਵੇਂ ਅਸੀਂ ਤੇ ਤੁਸੀਂ ਇੱਕ ਰੂਪ ਹੋ ਗਏ ਹੋ। ਭੇਦ ਨਾ ਜਾਣੀਏ ਕੋਈ ਕੋਈ। ਭੇਦ ਫਰਕ ਨਹੀਂ ਜਾਣਿਆ ਜਾਂਦਾ ਹੈ। ਚੌਪਈ ਤੁਮ ਤਨ ਮਹਿ ਹੋਏ ਕਰ ਪਰਵੇਸ਼। ਫਿਰ ਬੋਲੇ ਕਿ ਹੇ ਗੁਰੂ ਅਮਰਦਾਸ ਸਾਹਿਬ ਜੀ ਹੁਣ ਤੁਹਾਡੇ ਸਰੀਰ ਦੇ ਅੰਦਰ ਅਸੀਂ ਪ੍ਰਵੇਸ਼ ਹੋ ਕੇ ਤੁਹਾਡੇ ਅੰਦਰ ਜੋਤ ਜਗਾ ਕੇ ਕਰਨੇ ਹੈ ਜਗ ਕਾਜ ਵਿਸ਼ੇਸ਼। ਸੰਸਾਰ ਦੇ ਵਿੱਚ ਵਿਸ਼ੇਸ਼ ਵੱਡੇ ਵੱਡੇ ਕੰਮ ਕਰਨੇ ਆ। 22 ਮੰਜੀਆਂ ਬਖਸ਼ ਆਪਣੀਆਂ ਹਨ 72 ਪੀੜੇ ਬਖਸ਼ਣੇ ਹਨ। ਇਮ ਪ੍ਰਸੰਨ ਇੱਕ ਰੂਪ ਬਣਾਇਓ। ਇਸ ਤਰ੍ਹਾਂ ਕਹਿੰਦੇ ਪ੍ਰਸੰਨ ਹੋ ਕੇ ਇੱਕੋ ਰੂਪ ਕਰ ਲਿਆ ਹੈ ਬਣਾ ਲਿਆ ਹੈ। ਸਤਿਗੁਰ ਸੇਵ ਸਕਲ ਸਫਲਾਇਓ। ਸਤਿਗੁਰੂ ਦੀ ਸੇਵਾ ਕੀਤੀ ਸਿਓ 12 ਬਖਸ਼ ਕੇ ਤੇ ਸਫਲ ਕਰ ਦਿੱਤੀ ਆਪ ਜੀ ਨੇ। ਗੁਰ ਢਿਗ ਕਾਲ ਨਿਫਲ ਨਹਿ ਹੋਏ। ਜੀ ਕਹਿੰਦੇ ਹਨ ਹੇ ਸਰੋਤਾ ਜਿਹਨਾਂ ਜਿਹੜਾ ਗੁਰੂ ਕੀ ਹਜ਼ੂਰੀ ਵਿੱਚ ਆ ਕੇ ਘਾਲਣਾ ਕਰਦਾ ਸੇਵਾ ਕਰਦਾ ਉਹਦੀ ਨਿਸ਼ਫਲ ਨਹੀਂ ਹੁੰਦੀ। ਵਾਂਛਤ ਪਾਏ ਕਰਤ ਭਾਜੋ। ਜਿਹੜਾ ਵੀ ਗੁਰੂ ਘਰ ਦੇ ਵਿੱਚ ਆ ਕੇ ਸੇਵਾ ਕਰਨ ਲੱਗਿਆ ਉਹਨੇ ਮਨਿਸ਼ਚਿਤ ਫਲ ਪਾਇਆ ਹੀ ਪਾਇਆ ਹੈ। ਕਹਿ ਸ੍ਰੀ ਗੁਰੂ ਸਿਰ ਮੁਕਟ ਉਤਾਰਾ। ਉਸ ਤੋਂ ਬਾਅਦ ਗੁਰੂ ਅੰਗਦ
ਅੰਗਦ ਸਾਹਿਬ ਜੀ ਨੇ ਕਹਿ ਕੇ ਸੀਸ ਤੇ ਜਦੋਂ ਦੁਮਾਲਾ ਜਾਂ ਸੀਸਰੋਂ ਪਾਉਂਦਾ ਉਹ ਲੁਆਇਆ ਹੈ। ਬਰਖ ਇਕਾਦਸ ਕੋ ਜੋ ਧਾਰਾ 12 ਸਾਲਾਂ ਦਾ ਆਪਣੇ ਸੀਸ ਤੇ ਧਾਰਨ ਕੀਤਾ ਹੋਇਆ, ਸਜਾਇਆ ਹੋਇਆ। ਜਿਸ ਮਹਿ ਜੀਵ ਕੀਤੀਨ ਆਦ ਜਿਸ ਦੇ ਵਿੱਚ ਕਹਿੰਦੇ ਜਿਹੜੇ ਕੀੜੇ ਆਦਿਕ ਜੀ ਪੈ ਗਏ, ਪਰ ਇਹ ਨਿੰਦਕਾਂ ਦੀ ਗੱਲ ਜੋੜੀ। ਆਪ ਰੋਜ਼ ਕੇ ਸਾਧਕ ਸਭਾ ਕੇ ਫੇਰੇ ਦਮਾਲਾ ਜਸ ਲਾ ਲੈਂਦੇ ਸਨ। ਧਰਿਓ ਉਤਾਰ ਸੁਨਤ ਗੁਰ ਨਾਦ ਗੁਰੂ ਅੰਗਦ ਸਾਹਿਬ ਜੀ ਦਾ ਸ਼ਬਦ ਆਵਾਜ਼ਾਂ ਸੁਣ ਕੇ ਸੀਸ ਤੋਂ ਸਿਰੋਂ ਭੋਲਾ ਦਿੱਤੇ। ਸੁੰਦਰ ਜਲ ਇਸ਼ਨਾਨ ਕਰਾਇਆ ਸਵੇਰੇ ਸੋਹਣੇ ਜਲ ਦੇ ਨਾਲ ਗੁਰੂ ਅਮਰਦਾਸ ਸਾਹਿਬ ਜੀ ਦਾ ਇਸ਼ਨਾਨ ਕਰਵਾ ਦਿੱਤਾ। ਵਸਤਰ ਨਵੀਨ ਸਰਬ ਪਹਿਰਾਇਆ ਪਾਟੇ ਪੁਰਾਣੇ ਜੇ ਬਸਤਰ ਸੀ ਉਹ ਲੁਹਾ ਕੇ ਨਵੇਂ ਪਹਿਨਾ ਦਿੱਤੇ, ਪੁਆ ਦਿੱਤੇ। ਮੈਂ ਆਪਣੇ ਅਸਥਾਨ ਬਿਠਾਵਾਂ ਸਵੇਰੇ ਗੁਰੂ ਅੰਗਦ ਸਾਹਿਬ ਜੀ ਬੋਲੇ ਵੀ ਇਹ ਗੁਰੂ ਅਮਰਦਾਸ ਸਾਹਿਬ ਜੀ ਨੂੰ ਹੁਣ ਅਸੀਂ ਆਪਣੇ ਗੁਰਤਾ ਗੱਦੀ ਦੇ ਥਾਂ ਤੇ ਬਿਠਾਵਾਂਗੇ। ਗੁਰਤਾ ਗਾਦੀ ਦਾ ਹਰ ਖਾਵਾਂ ਗੁਰੂ ਨਾਨਕ ਸਾਹਿਬ ਦਾ ਗੁਰਤਾ ਗੱਦੀ ਉਹ ਇਹਨਾਂ ਨੂੰ ਦੇਖ ਕੇ ਅਸੀਂ ਖੁਸ਼ ਹੋਵਾਂਗੇ। ਸਭ ਸੰਗਤ ਕੋ ਦਇਓ ਸੁਨਾਏ ਜਿੰਨੀਆਂ ਗੁਰੂ ਕੀਆਂ ਸਿੱਖ ਸੰਗਤਾਂ ਸੀ ਉਹਨਾਂ ਨੂੰ ਗੁਰੂ ਅੰਗਦ ਸਾਹਿਬ ਨੇ ਉੱਚੀ ਆਵਾਜ਼ ਨਾਲ ਸੁਣਾ ਦਿੱਤਾ। ਇਹੋ ਮੇਰੋ ਅਬ ਰੂਪ ਸੁਹਾਏ ਗੁਰੂ ਅਮਰਦਾਸ ਸਾਹਿਬ ਜੀ ਹੁਣ ਸਾਡਾ ਸਰੂਪ ਸੋਭਨੀਕ ਹੋ ਗਏ। ਇਸ ਮਹਿ ਮੋਹ ਮਹਿ ਭੇਦ ਨਾ ਕੋਈ। ਇਹ ਸੰਗਤ ਜੀ ਇਹਨਾਂ ਵਿੱਚ ਤੇ ਮੇਰੇ ਵਿੱਚ ਹੁਣ ਕੋਈ ਫਰਕ ਨਹੀਂ ਰਿਹਾ ਹੈ। ਆਹ ਏਕ ਕੀ ਦੇਹ ਜੋ ਦੋਈ ਦੇਹਾਂ ਦੋ ਦਿਸ ਰਹੀਆਂ ਪਰ ਦੋਵੇਂ ਅਸੀਂ ਇੱਕੋ ਹਾਂ। ਦੇਹਾਂ ਦੋ ਦੇਹਾਂ ਦੇ ਹੁੰਦਿਆਂ ਹੋਏ ਵਿਦਿਤ ਭਏ ਗੁਰ ਸੰਗਤ ਮਾਹੇ ਉਹ ਸਵੇਰੇ ਗੁਰੂ ਕੀ ਸੰਗਤ ਵਿੱਚ ਪ੍ਰਗਟ ਹੋ ਗਏ ਹਨ। ਗੁਰ ਸ੍ਰੀ ਅਮਰ ਅਪਰ ਹੋਏ ਨਾਹੇ ਗੁਰੂ ਅੰਗਦ ਸਾਹਿਬ ਜੀ ਤੋਂ ਬਾਅਦ ਜਗਤ ਗੁਰੂ ਤਾਂ ਗੁਰੂ ਅਮਰਦਾਸ ਸਾਹਿਬ ਜੀ ਹਨ, ਹੋਰ ਨਹੀਂ ਕੋਈ। ਦਾਤੂ ਦਾਸੂ ਉਹਨਾਂ ਦੇ ਪੁੱਤਰ ਹੋਣਗੇ। ਪੁਨ ਬੋਲੇ ਮੁਖ ਚੰਦ ਸੁਦਾਸੇ ਗੁਰੂ ਅੰਗਦ ਸਾਹਿਬ ਜੀ ਪੂਰਨਵਾਸੀ ਦੇ ਚੰਦਰਮਾ ਵਰਗੇ ਮੁਖ ਤੋਂ ਅੰਮ੍ਰਿਤ ਵਰਗੇ ਬਚਨ ਬੋਲੇ ਨੇ। ਆਨੰਦ ਕੰਦ ਬਿਲੰਦ ਨਿਵਾਸੇ ਇਹਨਾਂ ਦਾ ਮੁਖ ਬੜਾ ਭਾਰੀ ਆਨੰਦਾ ਕਹਿੰਦੇ ਨਿਵਾਸ ਘਰ ਹੈ ਤੇ ਬੜੇ ਆਨੰਦ ਦੇ ਕੰਦ ਬੱਦਲ ਹਨ। ਸੁਨ ਪੁਰਖਾ ਗ੍ਰਹਿ ਸੰਤਤ ਕਿਆ ਹੈ ਸਵੇਰੇ ਗੁਰੂ ਅੰਗਦ ਸਾਹਿਬ ਜੀ ਬੋਲੇ ਹੇ ਪੁਰਖਾ ਤੇਰੇ ਘਰ ਬਸਰ ਕੇ ਨਵਰ ਕਿੰਨੀ ਕਿਹੋ ਜੀ ਸੰਤਾਨ ਕਿਹੋ ਜਿਹੀ ਪਰਿਵਾਰ ਹੈ। ਦੇਹਤਾ ਪੁੱਤਰ ਭਏ ਸੋ ਕਿਆ ਕਹਾ ਹੈ। ਜਿਹੜੇ ਲੜਕੀਆਂ ਤੇ ਪੁੱਤਰ ਹੋਏ ਅੱਜ ਕੱਲ ਕਿੱਥੇ ਹਨ। ਹਾਥ ਜੋੜ ਕਰ ਬਿਨ ਬਖਾਨੀ ਸਵੇਰੇ ਗੁਰੂ ਅਮਰਦਾਸ ਸਾਹਿਬ ਜੀ ਨੇ ਹੱਥ ਜੋੜ ਕੇ ਬੇਨਤੀ ਕਹੀ। ਸਭ ਰਾਵਰ ਕੋ ਗਿਆਤਾ ਮਹਾਨੀ ਗੁਰੂ ਅੰਗਦ ਸਾਹਿਬ ਜੀ ਆਵੰਤਰ ਜਾਮੀ ਆਪ ਨੂੰ ਸਭ ਤਰ੍ਹਾਂ ਦੀ ਸਮਝ ਹੈ, ਸਭ ਕੁਝ ਪਤਾ ਹੀ ਹੈ। ਤਦਪ ਜੋ ਪੁੱਛੋ ਸਮ ਅਨਜਾਣੇ ਫਿਰ ਵੀ ਮਾਰਾ ਅਣਜਾਣਾ ਵਾਂਗੂ ਜਾਣਾ ਦੇ ਸਮਾਨ ਹੋ ਕੇ ਮੈਨੂੰ ਤੁਸੀਂ ਪੁੱਛਦੇ ਹੋ ਵੀ ਘਰੇ ਪਰਿਵਾਰ ਕਿਹੋ ਜਿਹਾ ਹੈ। ਕਹੋ ਸੁਨੋ ਗੁਣ ਖਾਨ ਮਹਾਨੇ ਇਹ ਗੁਣਾ ਦੀ ਮਹਾਨ ਖਾਨ ਗੁਰੂ ਅੰਗਦ ਸਾਹਿਬ ਜੀ ਮੈਂ ਕਹਿੰਦਾ ਆਪ ਸੁਣ ਲਓ। ਦੋਏ ਪੁੱਤਰ ਹੈ ਮੋਹਨ ਮੋਹਰੀ ਦੋ ਮੇਰੇ ਮਾਰਾ ਸੁਪੁੱਤਰ ਹਨ। ਵੱਡੇ ਦਾ ਨਾਮ ਮੋਹਨ ਹੈ, ਛੋਟੇ ਦਾ ਨਾਮ ਮੋਹਰੀ ਜੀ ਹੈ। ਦੁਆ ਤਨੀਆਂ ਸਭ ਕਿਰਪਾ ਤੋਰੀ ਦੋ ਮੇਰੇ ਘਰ ਦੇ ਵਿੱਚ ਮਾਰਾ ਸੁਪੁੱਤਰੀਆਂ ਲੜਕੀਆਂ ਹੈ। ਇੱਕ ਦਾਨੀ ਜੀ ਹੈ, ਵੱਡੀ ਛੋਟੀ ਭਾਨੀ ਜੀ ਹੈ। ਸੁਨ ਬੋਲੇ ਸੁਨ ਪੁਰਖਾ ਆਬੈ ਸਵੇਰੇ ਗੁਰੂ ਅੰਗਦ ਸਾਹਿਬ ਜੀ ਸੁਣ ਕੇ ਬੋਲੇ ਹੈ ਵੀ ਪੁਰਖਾ ਹੋਣਾ ਹਿਤ ਲਾਇਕ ਤੁਮ ਭਾਖੋ ਸਬੈ ਮੇਰੇ ਕਹਿੰਦੇ ਭਲੇ ਵਾਸਤੇ ਜਿਹੜਾ ਜੋਗ ਵਚਨ ਸਾਰਾ ਅਸੀਂ ਕਹਿੰਦੇ ਆ। ਅਬ ਖਡੂਰ ਕੋ ਬਸਬੋ ਛੋਰ ਅਪਰ ਸਥਾਨ ਪਾਸ ਕੋ ਟੋਰ ਕਹਿੰਦੇ ਹੋਰ ਜਿਹੜਾ ਨੇੜੇ ਤੇਰੇ ਕੋਈ ਸਥਾਨ ਉਹਦੀ ਤੁਸੀਂ ਟੋਲ ਕਰ ਲਓ। ਸ੍ਰੀ ਨਾਨਕ ਮੋਹਿ ਅਪਰ ਸਥਾਨ ਬਾਸ ਕੋ ਟੋਰ ਹੋਰ ਕਹਿੰਦੇ ਕਿਸੇ ਥਾਂ ਆਪਣਾ ਬਾਸ ਕਰਨਾ, ਘਰ ਬਣਾਉਣਾ, ਟੋਲੋ ਲੱਭ ਲੋ।
ਪਾਸ ਦੇ ਥਾਂ ਬਾਸ ਕਰ ਲੈਣਾ ਪਾਠ। ਸ੍ਰੀ ਨਾਨਕ ਮੋਹ ਦੀਨ ਗੁਰਾਈ। ਕਿਉਂਕਿ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਸਾਹਿਬ ਹੀ ਜਿਸਵੇਂ ਪਰੇ ਸਾਡੀ ਪਰ ਕਰਕੇ ਗੁਰਿਆਈ ਗੱਦੀ ਦਿੱਤੀ ਸੀ। ਕਿਰਪਾ ਧਾਰ ਪੁਨ ਗਿਰਾ ਫਿਰ ਅਲਾਈ। ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕਰਦਿਆਂ ਸਾਨੂੰ ਇਹ ਬਚਨ ਬਾਣੀ ਕਿਹਾ ਸੀ। ਹਮ ਜਹ ਬਸੇ ਥਾਨ ਦੇਹੁ ਤਿਆਗ। ਸਾਹਿਬ ਅਸੀਂ ਜਿੱਥੇ ਕਰਤਾਰ ਵਿੱਚ ਗੁਰਪੁਰ ਵਸਦੇ ਥਾਂ ਤੁਸੀਂ ਛੱਡ ਦਿਓ। ਅਪਰ ਸਥਲ ਕਰ ਥਿਤ ਵੱਡ ਭਾਗ। ਇਹ ਵੱਡਾ ਭਾਗਾਂ ਵਾਲੇ ਕਿਤੇ ਹੋਰ ਸਥਾਨ ਤੇ ਜਾ ਕੇ ਤੂੰ ਆਪਣਾ ਟਿਕਾਣਾ ਕਰ। ਤਬ ਕੇ ਹਮ ਖਡੂਰ ਮਹਿ ਆਏ। ਗੁਰੂ ਅਮਰਦਾਸ ਸਾਹਿਬ ਜੀ ਅਸੀਂ ਕਰਤਾਰਪੁਰ ਸਾਹਿਬ ਤੋਂ ਚਲਦੇ ਥੇ ਖਡੂਰ ਸਾਹਿਬ ਵਿੱਚ ਹੀ ਆ ਗਏ ਸੀ। ਬਸਤੇ ਸੰਮਤ ਕਿਤਕ ਬਿਤਾਏ। ਤੇ ਵਸਦਿਆਂ ਹੋਏ ਕਿਤਨੇ ਸਾਲ ਬਿਤਾਏ ਲੰਘਾਏ। ਸ੍ਰੀ ਚੰਦ ਅਰ ਲਖਮੀ ਦਾਸ। ਕਿਉਂਕਿ ਸ੍ਰੀ ਚੰਦ ਤੇ ਲਖਮੀ ਦਾਸ ਦੀ ਪਿਤ ਸਥਾਨ ਤਿਨ ਕਰਿਓ ਨਿਵਾਸ। ਜਿਹੜਾ ਪਿਤਾ ਦੇ ਸਥਾਨ ਤੇ ਉਹਨਾਂ ਨੇ ਕਰਤਾਰਪੁਰ ਵਿੱਚ ਹੀ ਨਿਵਾਸ ਕੀਤਾ। ਤੈਸੇ ਤੁਮ ਥਲ ਅਪਰ ਬਨਾਏ। ਇਸੇ ਤਰ੍ਹਾਂ ਤੁਸੀਂ ਵੀ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਕੋਈ ਹੋਰ ਥਾਂ ਟਿਕਾਣਾ ਬਣਾ ਕੇ ਬਸਹੁ ਤਹਾਂ ਸਭ ਵਿਦ ਸੁਖ ਪਾਏ। ਆਓ ਤੇ ਤੁਸੀਂ ਕਹਿੰਦੇ ਸਭ ਤਰ੍ਹਾਂ ਦੇ ਸੁਖ ਪਾ ਕੇ ਬਸੋ ਰਸੋ। ਦਾਸੂ ਦਾਤੂ ਸਦਨ ਰਹਾਂਗੇ। ਕਿਉਂਕਿ ਸਾਡੇ ਜਿਹੜੇ ਸੁਪੁੱਤਰ ਦਾਸੂ ਤੇ ਦਾਤੂ ਹੈ ਉਹ ਤਾਂ ਇੱਥੇ ਖਡੂਰ ਸਾਹਿਬ ਸਾਡੇ ਘਰ ਵਿੱਚ ਰਹਿਣਗੇ। ਵਿਖਹਿ ਨਾ ਤੁਮ ਇਰਖਾ ਨਹਿ ਲਹਾਂਗੇ। ਜਦੋਂ ਤੁਹਾਨੂੰ ਇੱਥੇ ਕਹਿੰਦੇ ਵੇਖਣਗੇ ਨਹੀਂ ਹੈ ਤੇ ਫਿਰ ਈਰਖਾ ਨਹੀਂ ਤੁਹਾਡੇ ਨਾਲ ਕਰਦੇ ਜਾਣਗੇ। ਨਹਿ ਤਾ ਦੇਖ ਪ੍ਰਤਾਪ ਤਿਹਾਰੋ। ਨਹੀਂ ਤਾਂ ਦੇਖ ਲੋ ਜੇ ਤੁਸੀਂ ਇੱਥੇ ਰਹੇ ਤੁਹਾਡਾ ਤੇਜ ਪ੍ਰਤਾਪ ਦੇ ਕੇ ਸਾਡੇ ਪੁੱਤਰ ਜਰਹਿ ਹਿਰਦੇ ਨਹਿ ਪਗ ਪਰਹਿ ਬਿਗਾਰੋ। ਇਹਨਾਂ ਨੇ ਹਿਰਦੇ ਵਿੱਚ ਸਹਾਰ ਨਹੀਂ ਸਕਣਾ ਹੈ ਤੁਹਾਡੇ ਨਾਲ ਫਿਰ ਵਿਗਾੜ ਪੈ ਜਾਏਗਾ। ਦੋਹਰਾ ਇਸ ਪ੍ਰਕਾਰ ਕਹਿ ਮ੍ਰਿਦੁਲ ਬਚ। ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਜੀ ਨੇ ਕਦੇ ਕੋਮਲ ਬਚਨ ਕਹੇ। ਧੀਰਜ ਦਈ ਵਿਸਾਲ। ਗੁਰੂ ਅਮਰਦਾਸ ਸਾਹਿਬ ਜੀ ਨੇ ਬੜੀ ਧੀਰਜ ਹੌਸਲਾ ਦਿੱਤਾ ਹੈ। ਦਿਨ ਕੋ ਨਿਸ਼ਾ ਬਿਤਾਏ ਕੈ। ਉਹ ਜਿਹੜਾ ਦਿਨ ਹੈ ਉਹ ਜਿਹੜੀ ਰਾਤ ਆਈ ਉਹ ਬਤੀਤ ਕੀਤੀ। ਬੈਠੇ ਪਰਮ ਕਿਰਪਾਲ। ਜਦੋਂ ਅਗਲਾ ਦਿਨ ਹੋਇਆ ਹੈ ਗੁਰੂ ਅੰਗਦ ਸਾਹਿਬ ਜੀ ਜੋ ਮਹਾਨ ਦਿਆਲੂ ਕਿਰਪਾਲੂ ਹੈ ਗੁਰਤਗਦੀ ਦੇ ਤਖਤ ਉੱਪਰ ਬੈਠੇ ਹਨ। ਜਿਸ ਤਰ੍ਹਾਂ ਆਪ ਜੀ ਨੇ ਫਿਰ ਉਹ ਗੋਂਦੇ ਖੱਤਰੀ ਦੇ ਮਨ ਨੂੰ ਪ੍ਰੇਰ ਕਰਕੇ ਆਪਣੀ ਹਜ਼ੂਰੀ ਵਿੱਚ ਬੁਲਾ ਲਿਆ ਹੈ ਤੇ ਆਪ ਹੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਫਿਰ ਉੱਥੇ ਜਗ੍ਹਾ ਬਣਾਉਣ ਵਾਸਤੇ ਆਪਣਾ ਨਿਵਾਸ ਕਰਨ ਵਾਸਤੇ ਇਸ ਤਰ੍ਹਾਂ ਉੱਥੇ ਨਗਰ ਵਸਾਉਣ ਵਾਸਤੇ ਭੇਜ ਦਿੱਤਾ ਸੀ ਜਿਸ ਦਾ ਨਾਮ ਸ੍ਰੀ ਗੋਇੰਦਵਾਲ ਸਾਹਿਬ ਰੱਖਿਆ ਗਿਆ। ਗੋਂਦੇ ਖੱਤਰੀ ਦੇ ਨਾਈਪੁਰ ਜਿਵੇਂ ਗੋਇੰਦਵਾਲ ਸਾਹਿਬ ਆਪ ਜੀ ਨੇ ਵਸਾਇਆ ਗੁਰੂ ਅੰਗਦ ਸਾਹਿਬ ਜੀ ਦੀ ਆਗਿਆ ਨਾਲ ਆਪ ਉੱਥੇ ਪੱਕੇ ਤੌਰ ਤੇ ਵੀ ਨਿਵਾਸ ਕਰ ਲਿਆ। ਪ੍ਰਸੰਗ ਅਗਲੇ ਅਧਿਆਇ ਵਿੱਚ ਆਵੇਗਾ ਉਹ ਆਪਾਂ ਕੱਲ ਦੇ ਦੀਵਾਨ ਵਿੱਚ ਸੁਣ ਲਵਾਂਗੇ। ਹੁਣ ਸਮਾਂ ਇੱਥੇ ਸਮਾਪਤੀ ਹੈ ਜੀ। ਇਸ ਪ੍ਰਕਾਰ ਕਹਿ ਮ੍ਰਿਦੁਲ ਬਚ ਧੀਰਜ ਦਈ ਵਿਸਾਲ। ਦਿਨ ਸੋ ਨਿਸ਼ਾ ਬਿਤਾਏ ਕੈ ਬੈਠੇ ਪਰਮ ਕਿਰਪਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।